हाँ जी, सत श्री अकाल साਰਿਆਂ ਨੂੰ जी। ਅੱਜ ਆਪਾਂ ਪੰਜਾਬ ਦਾ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਜੋ ਚਲਾਏ ਜਾ ਰਹੇ ਨਿੰਮੀ ਪੰਜਾਬੀ ਚੈਨਲ ਦੇ ਮਾਧਿਅਮ ਰਾਹੀਂ ਅੱਜ ਆਪਾਂ ਵੱਖ-ਵੱਖ ਸੰਸਥਾਵਾਂ ਦੇ ਸਤਿਕਾਰਯੋਗ ਇੰਸਟ੍ਰਕਟਰ ਸਾਹਿਬਾਨ ਤੇ ਸਿਖਿਆਰਥੀ ਤੇ ਸਾਡੇ ਨਾਲ ਜੋ ਨਿੰਮੀ ਚੈਨਲ ਦੀ ਟੀਮ ਡਾਇਰੈਕਟਰ ਸਾਹਿਬ, ट्रेनिंग अफसर साहब ਜਿਹੜੇ ਸਾਡਾ पोस्ट ने, सो ਸਾਰਿਆਂ ਦਾ मैं रणधीर सिंह बल ITISC फतेहगढ़ चूड़ियां तो स्वागत करता वां। सो अज ਦਾ ਜਿਹੜਾ ਸਾਡਾ ਲੈਕਚਰ ਆ ਆਪਾਂ ਕੰਟੀਨਿਊ ਲੈਕਚਰ ਚਲਾ ਰਹੇ ਸੀਗੇ। ਸੋ ਉਸ ਲੈਕਚਰ ਤੋਂ ਪਹਿਲਾਂ ਮੈਂ ਇੱਕ ਸਾਰਿਆਂ ਨੂੰ ਯਾਦ ਦਿਵਾਉਣਾ ਚਾਹੁੰਦਾ, ਇਹ ਸਲਾਈਡ ਜਿਹੜੀ ਤੁਸੀਂ ਵੇਖ ਰਹੇ ਆ ਵਰਚੁਅਲ ਜੌਬ ਫੇਅਰ ਆ ਜੋ ਸਾਡਾ ਜਿਹੜਾ ਨੈਟਵਰਕ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਸਾਡੇ ਨੋਡਲ ਅਫਸਰ ਸਰਦਾਰ ਸੰਦੀਪ ਸਿੰਘ ਜੀ, ਪ੍ਰਿੰਸੀਪਲ ਗਵਰਨਮੈਂਟ ITI ਗੁਰਦਾਸਪੁਰ ਤੇ ਸਮੂਹ ਗੁਰਦਾਸਪੁਰ ਦੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ 4 ਤੋਂ 14 ਜੁਲਾਈ ਤੱਕ ਵਰਚੁਅਲ ਜੌਬ ਫੇਅਰ ਲੱਗ ਰਿਹਾ। ਸੋ ਜਿਹਦੇ ਵਿੱਚ ਵੱਖ-ਵੱਖ ਮਲਟੀਨੈਸ਼ਨਲ ਕੰਪਨੀਆਂ ਜਾਂ ਵੱਖ-ਵੱਖ ਛੋਟੀਆਂ ਕੰਪਨੀਆਂ ਵੀ ਵੱਖ-ਵੱਖ ਜੋ ਸਾਡੇ ਟ੍ਰੇਨੀ ਆ ਜਿਨ੍ਹਾਂ ਨੇ ਵੈਲਡਰ, कारपेंटर ਜਾਂ ਸਾਰੀਆਂ ਟ੍ਰੇਡਾਂ ਦੇ ਜਿਹੜੇ ਆ ਸਿਖਿਆਰਥੀ ਉਹਨਾਂ ਦੀ ਸਿਲੈਕਸ਼ਨ ਹੋਣੀ ਹੈ ਵਰਚੁਅਲ ਜੌਬ ਲਈ। ਸੋ ਇਹਦਾ ਉਹ ਬੈਨੀਫਿਟ ਲੈ ਸਕਦੇ ਆ। ਇਸ ਸਲਾਈਡ ਤੇ ਫੋਨ ਨੰਬਰ ਦਿੱਤੇ ਹੈਗੇ ਨੇ, ਲਿਖ ਦਿੱਤਾ ਹੈਗਾ। ਸੋ ਇਹਦਾ ਵੱਧ ਤੋਂ ਵੱਧ ਜਿਹੜੇ ਸਿਖਿਆਰਥੀ ਆ ਉਹਦਾ ਬੈਨੀਫਿਟ ਲੈ ਸਕਦੇ ਆ। ਲਓ ਜੀ, ਆਪਾਂ ਹੁਣ ਆਪਣਾ ਸ਼ੁਰੂ ਕਰਦੇ ਆ। ਲਾਸਟ ਸਾਡਾ ਚੇਨ ਸਰਵੇ ਤੇ ਲੈਕਚਰ ਅੱਜ ਚੇਨ ਸਰਵੇ ਚੈਪਟਰ ਜਿਹੜਾ ਆਪਾਂ ਖਤਮ ਕਰ ਦੇਣਾ ਵਾ। ਸੋ ਆਪਾਂ ਸਟਾਰਟ ਕਰਦੇ ਹਾਂ ਜੀ ਪ੍ਰਿੰਸੀਪਲ ਆਫ ਚੇਨ ਸਰਵੇ। ਇਹ ਆਪਾਂ ਬੜੇ ਦਿਨਾਂ ਤੋਂ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ ਚੇਨ ਸਰਵੇ ਦਾ ਜਿਹੜਾ ਪ੍ਰਿੰਸੀਪਲ ਕੀ ਆ, ਸਿਧਾਂਤ। ਸੋ ਚੇਨ ਸਰਵੇ ਦਾ ਜਿਹੜਾ ਪ੍ਰਿੰਸੀਪਲ ਆ ਆਪਾਂ ਨੂੰ ਸਾਰਿਆਂ ਨੂੰ ਮੇਰੇ ਖਿਆਲ ਯਾਦ ਹੋ ਗਿਆ ਹੋਊਗਾ ਵੀ ਆਪਾਂ ਜਿੰਨਾ ਵੀ ਏਰੀਆ ਵਾ ਜਿਹਦਾ ਸਰਵੇ ਕਰਨਾ ਵਾ ਤੇ ਆਪਾਂ ਉਸ ਏਰੀਏ ਨੂੰ ਆਪਾਂ ਡਿਵਾਈਡ ਕਰ ਲੈਂਦੇ ਆ ਨੰਬਰ ਆਫ ਟਰਾਈਐਂਗਲ ਦੇ ਵਿੱਚ, ਤਿਕੋਣ ਦੇ ਵਿੱਚ। ਉਹਨਾਂ ਨੂੰ ਵੱਖ-ਵੱਖ ਤਿਕੋਣਾਂ ਦੇ ਵਿੱਚ ਪਾਰਟ 'ਚ ਵੰਡ ਲਿਆ ਜਾਂਦਾ ਤੇ ਹਰ ਟ੍ਰਾਇੰਗਲ ਦਾ ਏਰੀਆ ਕੱਢ ਕੇ ਤੇ ਸਾਰੀਆਂ ਜਿੰਨੀਆਂ ਟ੍ਰਾਇੰਗਲ ਬਣਦੀਆਂ ਤੇ ਉਹਨਾਂ ਦਾ ਜੋੜ ਕਰਕੇ ਤੇ ਸਾਰੇ ਏਰੀਏ ਨੂੰ ਆਪਾਂ ਕੈਲਕੂਲੇਟ ਕਰ ਲੈਂਦੇ ਹਾਂ। ਸੋ ਐਜ਼ ਏ ਟ੍ਰਾਇੰਗਲ ਇਜ਼ ਓਨਲੀ ਸਿੰਪਲੀ ਪਲੇਨ ਜਿਓਮੈਟ੍ਰੀਕਲ ਫਿਗਰ which can be plotted from the length of the three sides even if the angles are not given known. A network of triangle is preferred for chain survey। ਮਤਲਬ ਜਿਹੜੀ ਟ੍ਰਾਇੰਗਲ ਆ, ਤਿਕੋਣ, ਤ੍ਰਿਭੁਜ, ਮਤਲਬ ਇਹ ਇੱਕ ਜਿਓਮੈਟਰੀ ਦੀ ਇੱਕ ਇਦਾਂ ਦੀ ਫਿਗਰ ਆ ਜਿਹਨੂੰ ਆਪਾਂ ਡਰਾ ਕਰਨਾ, ਜਿਹਦੀ ਕੰਸਟਰਕਸ਼ਨ ਕਰਨੀ। ਜੇ ਨਾ ਸਾਨੂੰ ਐਂਗਲ ਦਿੱਤੇ ਹੋਣ ਤੇ ਫਿਰ ਵੀ ਆਪਾਂ ਸਾਈਡਾਂ ਦੇ ਹਿਸਾਬ ਨਾਲ ਉਹਨੂੰ ਡਰਾ ਕਰ ਸਕਦੇ ਹਾਂ। ਜੇਕਰ ਸਾਨੂੰ ਐਂਗਲ ਦਿੱਤੇ ਆ, ਸਾਈਡ ਨਹੀਂ ਦਿੱਤੀ ਇੱਕ, ਤੇ ਆਪਾਂ ਫਿਰ ਉਹਦੀ ਕੰਸਟਰਕਸ਼ਨ ਜਾਂ ਉਹਦੀ ਮਤਲਬ ਮੈਪ ਜਦੋਂ ਤਿਆਰ ਕਰਨਾ ਵਾ ਤੇ ਉਹਨੂੰ ਬਣਾ ਸਕਦੇ ਹਾਂ। ਤੇ ਉਹਦਾ ਏਰੀਆ ਵੀ ਆਪਾਂ ਵੱਖ-ਵੱਖ ਫਾਰਮੂਲੇ ਦਿੱਤੇ ਹੁੰਦੇ ਨੇ, ਉਹਦੇ ਨਾਲ ਆਪਾਂ ਕੱਢ ਸਕਦੇ ਹਾਂ। ਸੋ ਇਸ ਕਰਕੇ ਜਿਹੜੀ ਟ੍ਰਾਇੰਗਲ ਆ ਉਹਨੂੰ ਆਪਾਂ ਚੇਨ ਸਰਵੇ ਦੇ ਵਿੱਚ ਪ੍ਰੈਫਰ ਕੀਤਾ ਜਾਂਦਾ ਵਾ। ਸੋ ਟ੍ਰਾਇੰਗੂਲੇਸ਼ਨ ਇਜ਼ ਦਾ ਪ੍ਰਿੰਸੀਪਲ ਆਫ ਦਾ ਚੇਨ ਸਰਵਿੰਗ। ਤੇ ਇਫ ਦਾ ਏਰੀਆ to be surveyed in triangle is in a triangle shape and if the length and sequence of the three sides are recorded, the plan of the area can be easily drawn। ਮਤਲਬ ਜਿਹੜਾ ਹੁਣ ਅਸੀਂ ਏਰੀਆ ਜਦੋਂ ਸਰਵੇ ਕਰਨਾ ਵਾ ਤੇ ਆਪਾਂ ਵੱਖ-ਵੱਖ ਸਟੇਸ਼ਨ ਲੈਂਦੇ ਆ ਤੇ ਜਿਹੜਾ ਏਰੀਆ ਆਪਾਂ ਟ੍ਰਾਇੰਗਲ ਬਣਾ ਕੇ ਕਰ ਲਿਆ ਤੇ ਉਹਨੂੰ ਆਪਾਂ ਟ੍ਰਾਇੰਗੂਲੇਸ਼ਨ ਕਹਿੰਦੇ ਆ। ਉਸ ਸਰਵੇ ਨੂੰ ਆਪਾਂ ਟ੍ਰਾਇੰਗੂਲੇਸ਼ਨ ਸਰਵੇ ਵੀ ਕਈ ਵਾਰੀ ਕਿਹਾ ਜਾਂਦਾ ਵਾ। ਸੋ ਆਪਾਂ ਉਹਦੇ ਸਾਰੀਆਂ ਲੈਂਥਾਂ ਨੂੰ ਰਿਕਾਰਡ ਕਰ ਲੈਂਦੇ ਆ ਤੇ ਆਪਾਂ ਫਿਰ ਉਹਦਾ ਮੈਜ਼ਰ ਕਰ ਲੈਂਦੇ ਆ। ਤੁਸੀਂ ਆ ਅਗਲੀ ਇੱਕ ਫਿਗਰ ਵੇਖ ਰਹੇ ਆ, ਪ੍ਰਿੰਸੀਪਲ ਆਫ ਚੇਨ ਸਰਵੇ ਨੂੰ ਕਲੀਅਰ ਕਰਦੀ ਪਈ ਆ। ਜੇ ਵੇਖੋ ਇੱਕ ਫਿਗਰ ਕਿਦਾਂ ਮਤਲਬ ਇਰਰੈਗੂਲਰ ਇੱਕ ਪੋਲੀਗਨ ਆ, ਮਤਲਬ ਵੱਖ-ਵੱਖ ਉਹਦੀਆਂ ਸਾਈਡਾਂ ਵਾ ਤੇ ਉਹਨੂੰ ਵੇਖੋ ਛੋਟੀਆਂ-ਛੋਟੀਆਂ ਟ੍ਰਾਇੰਗਲਾਂ ਦੇ ਵਿੱਚ ਤੋੜਿਆ ਗਿਆ ਵਾ ਤਾਂ ਜੋ ਜਿਹੜੀਆਂ ਉਹਦੀਆਂ ਇੰਟੀਰੀਅਰ ਜੋ ਵੀ ਅੰਦਰ ਉਹਦੇ ਡਾਇਮੈਂਸ਼ਨਸ ਨੇ, ਜੋ ਵੀ ਉਹਦੇ ਅੰਦਰ ਆਬਜੈਕਟ ਨੇ, ਜੋ ਆਪਾਂ ਦਿਖਾਉਣਾ ਚਾਹੁੰਦੇ ਆ ਮੈਪ ਦੇ ਵਿੱਚ ਜੋ ਵੀ ਆਬਜੈਕਟਸ, ਤੇ ਜਦੋਂ ਆਪਾਂ ਟ੍ਰਾਇੰਗਲਸ ਦੇ ਨਾਲ ਛੋਟੀਆਂ-ਛੋਟੀਆਂ ਟ੍ਰਾਇੰਗਲਾਂ ਨਾਲ ਜੋੜ ਲਾਂਗੇ ਤੇ ਵੱਡੇ ਏਰੀਏ ਨੂੰ ਆਪਾਂ ਕਨਵਰਟ ਕਰ ਦਾਂਗੇ ਨੈਟਵਰਕ ਆਫ ਟ੍ਰਾਇੰਗਲ ਤੇ ਆਪਾਂ ਸੌਖਾ ਹੀ ਹਰ ਆਬਜੈਕਟ ਨੂੰ ਆਪਣੇ ਮੈਪ ਤੇ ਸ਼ੋ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਆਪਣੇ ਜੋ ਮੈਪ ਨੂੰ ਤਿਆਰ ਕੀਤਾ ਵਾ ਉਹਦਾ ਏਰੀਆ ਵੀ ਆਪਾਂ ਸੌਖੇ ਢੰਗ ਨਾਲ ਫਾਈਂਡ ਕਰ ਲਾਂਗੇ। ਪ੍ਰਿੰਸੀਪਲ ਆਫ ਚੇਨ ਸਰਵੇ ਦੇ ਵਿੱਚ ਅਗਲੀ ਫਿਗਰ ਵੇਖੋ। ਹੁਣ ਤੁਸੀਂ ਦੇਖੋ ਇੱਕ ਪਲਾਟ ਆ, ਵੇਖੋ
ਇਹਦੇ ਵਿੱਚ ਤੁਸੀਂ ਵੇਖਦੇ ਚਾਤਰ ਭੋਜਾ ਤੇ ਆਪਾਂ ਮਤਲਬ ਦੋ ਟ੍ਰਾਇੰਗਲਾਂ ਉਹਦੇ ਉੱਪਰ ਦੇਖੋ ਲੰਬ ਸੁੱਟ ਤੇ ਬੀ। ਤੁਹਾਨੂੰ ਪਤਾ ਵੀ ਟ੍ਰਾਇੰਗਲ ਦਾ ਜਿਹੜਾ ਏਰੀਆ ਵਾ 1/2 ਗੁਣਾ ਆਧਾਰ ਗੁਣਾ ਲੰਬ ਹੁੰਦਾ। ਸੋ ਆਪਾਂ ਸਾਰੀ ਏਰੀਏ ਨੂੰ ਟ੍ਰਾਇੰਗਲਾਂ ਦੇ ਵਿੱਚ ਵੰਡ ਕੇ ਤੇ ਏਰੀਏ ਨੂੰ ਮੈਪ ਦੇ ਵਿੱਚ ਆਪਾਂ ਸ਼ੋਅ ਕਰ ਸਕਦੇ ਹਾਂ। ਮਤਲਬ ਇਹ ਇੱਕ ਚੇਨ ਸਰਵੇ ਦੇ ਪ੍ਰਿੰਸੀਪਲ ਨੂੰ ਸਿਧਾਂਤ ਨੂੰ ਦਿਖਾਉਂਦੀ ਹੋਈ ਇੱਕ ਫਿਗਰ ਆ ਦੇਖੋ ਹੁਣ ਪ੍ਰਿੰਸੀਪਲ ਆਫ ਚੇਨ ਸਰਵੇ ਦੀ ਅੱਗੇ ਫੇਰ ਇੱਕ ਫਿਗਰ ਤੁਹਾਨੂੰ ਦਿਖਾਈ ਆ। ਮਤਲਬ ਤੁਹਾਨੂੰ ਵੱਧ ਤੋਂ ਵੱਧ ਆਪਾਂ ਫਿਗਰਸ ਕਿਉਂ ਦਿਖਾ ਰਹੇ ਹਾਂ ਕਿਉਂਕਿ ਤੁਹਾਡੇ ਦਿਮਾਗ ਵਿੱਚ ਕਨਸੈਪਟ ਕਲੀਅਰ ਹੋ ਜੇ, ਮਤਲਬ ਪਤਾ ਲੱਗ ਜੇ ਕਿ ਜਿਹੜਾ ਚੇਨ ਸਰਵੇ ਆ ਉਹ ਆਪਾਂ ਕਿੱਦਾਂ ਕਰਨਾ, ਮਤਲਬ ਉਹਦਾ ਪ੍ਰਿੰਸੀਪਲ ਕੀ ਆ, ਸਿਧਾਂਤ ਕੀ ਆ। ਆ ਦੇਖੋ ਆ ਇੱਕ ਮਤਲਬ ਮੈਪ ਆ, ਉਹਦੇ ਵਿੱਚ ਘਰ ਵੀ ਸ਼ੋਅ ਹੋਣ ਡਿਆ ਵਾ ਤੇ ਆਹ ਵੇਖੋ ਚੇਨ ਲਾਈਨ ਸ਼ੋਅ ਹੁੰਦੀ ਪਈ ਆ, ਟ੍ਰਾਇੰਗਲਸ ਤੁਹਾਨੂੰ ਨਜ਼ਰ ਆਉਂਦੀਆਂ ਹੋਣਗੀਆਂ। ਸੋ ਇਸ ਤਰ੍ਹਾਂ ਇੱਕ ਰੋਡ ਵੀ ਸ਼ੋਅ ਹੁੰਦੀ ਪਈ ਆ। ਸੋ ਸਾਰਾ ਆਪਾਂ ਏਰੀਆ ਮਤਲਬ ਜਿਹੜਾ ਵਾ ਮੇਨ ਜਿਹੜੇ ਕੰਟਰੋਲ ਪੁਆਇੰਟਸ ਨੇ ਉਹਨਾਂ ਦੇ ਆਪਾਂ ਨੈਟਵਰਕ ਆਫ ਟ੍ਰਾਇੰਗਲ ਦੇ ਵਿੱਚ ਤੋੜ ਕੇ ਸ਼ੋਅ ਕਰਦੇ। ਲੋ ਜੀ ਕੁਝ ਟਰਮਸ ਹੈਗੀਆਂ ਨੇ ਚੇਨ ਸਰਵੇ ਦੇ ਵਿੱਚ। ਚੇਨ ਸਰਵੇ ਵਿੱਚ ਕੁਝ ਟਰਮਸ ਹੈਗੀਆਂ ਨਾ, ਤੋ ਸਰਵੇ ਸਟੇਸ਼ਨਸ ਜਦੋਂ ਆਪਾਂ ਚੇਨ ਸਰਵੇ ਕਰਦੇ ਹਾਂ ਤੇ ਜਿੱਥੇ ਆਪਾਂ ਰੇਂਜਿੰਗ ਰੋਡ ਗੱਡਦੇ ਹਾਂ ਤੇ ਆਪਾਂ ਮਤਲਬ ਜਿਹੜੇ ਪੁਆਇੰਟਸ ਮਾਰਕ ਕਰ ਦਿੰਦੇ ਆ ਵੀ ਇਹਨਾਂ ਨੂੰ ਮਾਰਕ ਕਰਾਂਗੇ ਤੇ ਇਹਨਾਂ ਨੂੰ ਫਿਰ ਆਪਾਂ ਡਰਾ ਕਰ ਲਾਂਗੇ ਤੇ ਉਹਨਾਂ ਨੂੰ ਫਿਰ ਆਪਾਂ ਸਰਵੇ ਸਟੇਸ਼ਨਸ ਕਹਿੰਦੇ ਆ। ਸੋ ਸਰਵੇ ਸਟੇਸ਼ਨਸ ਆਰ ਦਾ ਪੁਆਇੰਟ ਐਟ ਦਾ ਬਿਗਨਿੰਗ ਐਂਡ ਦਾ ਐਂਡ ਆਫ ਦਾ ਚੇਨ ਲਾਈਨ। ਮਤਲਬ ਚੇਨ ਲਾਈਨ ਜਦੋਂ ਚੇਨ ਤੁਹਾਨੂੰ ਦੱਸੀ ਸੀਗੀ ਕਿ 20 ਮੀਟਰ ਦੀ 30 ਮੀਟਰ ਦੀ, ਜੇ ਆਪਾਂ ਫੁੱਟਾਂ ਦੀ ਗੱਲ ਕਰਦੇ ਹਾਂ 100 ਫੁੱਟ ਦੀ ਇੰਜੀਨੀਅਰ ਚੇਨਸ ਹੁੰਦੀ ਆ, ਜੇ 66 ਫੁੱਟ ਦੀ ਗੱਲ ਕਰਦੇ ਫਿਰ ਗੰਟਰ ਚੇਨ ਦੀ ਗੱਲ ਹੁੰਦੀ ਆ। ਤੋ ਚੇਨ ਦਾ ਇੱਕ ਸਿਰਾ ਤੇ ਦੂਸਰਾ ਸਿਰਾ ਜਦੋਂ ਆਪਸ ਤੋਂ ਖਤਮ ਹੁੰਦੇ ਆਪਾਂ ਉਹਨਾਂ ਨੂੰ ਸਟੇਸ਼ਨਸ ਦਾ ਨਾਂ ਦਿੱਤਾ ਵਾ। ਇਹ ਚੇਨ ਲਾਈਨ ਦੇ ਮੇ ਬੀ ਆਲਸੋ occur any convenient position on the chain line, such stations may be। ਮਤਲਬ ਜਿਹੜੇ ਆਪਾਂ ਚੇਨ ਲਾਈਨ ਦੇ ਉੱਪਰ ਜੋ ਵੀ ਸਾਡੀ ਕਨਵੀਨੀਅੰਟ ਲੈਂਥ ਆ ਜਿਹਨੇ ਸਾਨੂੰ ਚਾਹੀਦੀ ਆ ਉਹਦੇ ਹਿਸਾਬ ਨਾਲ ਆਪਾਂ ਉਹਨੂੰ ਡਿਵਾਈਡ ਕਰ ਲੈਂਦੇ ਆ ਤੇ ਉਹਦੀਆਂ ਪੋਜੀਸ਼ਨਸ ਮਾਰਕ ਕਰ ਲੈਂਦੇ। ਸੋ ਉਹਨਾਂ ਨੂੰ ਆਪਾਂ ਸਟੇਸ਼ਨਸ ਕਵਾਂਗੇ। ਮੈਂ ਇੱਕ ਮਿੰਟ ਤੁਹਾਨੂੰ ਪਿਛਲੀ ਫਿਗਰ 'ਚ ਲੈ ਕੇ ਜਾਣਾ ਵਾ, ਤੁਸੀਂ ਦੇਖੋਗੇ ਕਿ ਆ ਜਿੱਦਾਂ A ਪੁਆਇੰਟ ਮਾਰਕ ਕੀਤਾ ਵਾ, ਫਿਰ B ਪੁਆਇੰਟ ਮਾਰਕ ਕੀਤਾ ਵਾ, C ਕੀਤਾ ਵਾ, D ਕੀਤਾ ਵਾ, E ਕੀਤਾ ਵਾ। ਇਹ ਤੁਹਾਡੇ ਸਰਵੇ ਸਟੇਸ਼ਨ ਨੇ, ਇਹ ਤੁਹਾਡੇ ਮੇਨ ਕੰਟਰੋਲ ਪੁਆਇੰਟ ਨੇ। ਇਹਨਾਂ ਜਦੋਂ ਤੁਸੀਂ ਹੁਣ ਵੇਖੋ ਨਾਲ ਨਾਲ ਜਿਹੜਾ ਸਰਵੇ ਦਾ ਪ੍ਰਿੰਸੀਪਲ ਤੁਹਾਨੂੰ ਦੱਸਿਆ ਸੀਗਾ ਵੀ ਫਰੋਮ ਹੋਲ ਟੂ ਪਾਰਟ, ਮਤਲਬ ਪੂਰੇ ਹੋਲ ਤੋਂ ਫਿਰ ਆਪਾਂ ਪਾਰਟ ਵੱਲ ਆਉਣਾ ਵਾ ਤੇ ਫਿਰ ਆਪਾਂ ਬਾਹਰਲੇ ਜਿਹੜੇ ਸਟੇਸ਼ਨ ਲੈ ਕੇ ਅੰਦਰ ਵਾਲੇ ਪੁਆਇੰਟਾਂ ਨੂੰ ਡਿਵਾਈਡ ਕਰ ਲਿਆ ਟ੍ਰਾਇੰਗਲਸ ਦੇ ਵਿੱਚ। ਸੋ ਇਹਨਾਂ ਨੂੰ ਆਪਾਂ ਸਟੇਸ਼ਨ ਕਹਿੰਦੇ ਹਾਂ। ਸੋ ਸਟੇਸ਼ਨ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਦੇਖੋ, ਮੇਨ ਸਟੇਸ਼ਨ, ਸਬਸਿਡਰੀ ਸਟੇਸ਼ਨ ਤੇ ਟਾਈ ਸਟੇਸ਼ਨ। ਮੇਨ ਸਟੇਸ਼ਨ ਕਿਹੜੇ ਹੋ ਗਏ ਤੁਹਾਨੂੰ ਮੈਂ ਹੁਣੇ ਦਿਖਾਏ, ਜਿਹੜੇ ਮੈਂ ਫਿਰ ਵੀ ਇਹਨਾਂ ਨੂੰ ਤੁਹਾਨੂੰ ਦਿਖਾਣਾ। ਦੇਖੋ ਟਰਮ ਰਿਲੇਟਡ ਟੂ ਚੇਨ ਸਰਵੇ ਆ, ਅਗਲੀ ਫਿਗਰ ਤੁਸੀਂ ਵੇਖਦੇ ਪਏ ਆ, ਗਾਰਡਨ ਸ਼ੋ ਹੁੰਦਾ ਪਿਆ ਤੁਹਾਨੂੰ, ਠੀਕ ਹੈ ਜੀ। ਮੇਨ ਸਰਵੇ ਲਾਈਨ ਸ਼ੋ ਹੁੰਦੀ ਪਈ ਆ, ਤੁਸੀਂ ਵੇਖਦੇ ਪਏ ਆ ਜਿਨ੍ਹਾਂ ਤੇ ਟ੍ਰਾਇੰਗਲਾਂ ਬਣੀਆਂ, ਜਿੱਦਾਂ A ਦੇ ਉੱਪਰ ਟ੍ਰਾਇੰਗਲ ਬਣੀ ਆ, B ਦੇ ਉੱਪਰ ਟ੍ਰਾਇੰਗਲ ਬਣੀ ਆ, C ਦੇ ਉੱਪਰ ਟ੍ਰਾਇੰਗਲ ਬਣੀ ਆ, D ਦੇ ਉੱਪਰ ਟ੍ਰਾਇੰਗਲ ਬਣੀ ਆ। ਜਦੋਂ ਅਸੀਂ ਕਨਵੈਨਸ਼ਨ ਸਾਇੰਸ ਕਰਦੇ ਆ ਤੇ ਇਹਦਾ ਮਤਲਬ ਜੇ ਟ੍ਰਾਇੰਗਲ ਬਣੀ ਆ ਤੇ ਸਾਡਾ ਜਿਹੜਾ ਸਰਵੇ ਆ ਟ੍ਰਾਇੰਗੂਲੇਸ਼ਨ ਸਰਵੇ ਆ। ਤੋ ਟ੍ਰਾਇੰਗੂਲੇਸ਼ਨ ਮੀਨਸ ਆਪਾਂ ਜਿੰਨਾ ਵੀ ਸਰਵੇ ਕੀਤਾ ਏਰੀਆ ਉਹਨੂੰ ਆਪਾਂ ਟ੍ਰਾਇੰਗਲਸ ਦੇ ਵਿੱਚ ਵੰਡਣਾ ਵਾ। ਸੋ ਤੁਸੀਂ ਵੇਖਦੇ ਪਏ ਆ ਇਹ ਤੁਹਾਡੇ ਮੇਨ ਸਟੇਸ਼ਨ ਆ A B C D, ਠੀਕ ਹੈ ਜੀ। ਅੱਗੇ ਹੁਣ ਵੇਖੋ S1 ਲਿਖਿਆ, S2 ਲਿਖਿਆ ਤੁਹਾਨੂੰ ਨਜ਼ਰ ਆਉਂਦਾ ਹੋਊਗਾ। S1 S2 ਕੀ ਆ, ਇਹ ਤੁਹਾਡੇ ਸਬਸਿਡਰੀ ਸਟੇਸ਼ਨ ਆ। ਸਬਸਿਡਰੀ ਸਟੇਸ਼ਨ ਬਾਰੇ ਮੈਂ ਗੱਲ ਕਰਦਾ ਹੁਣੇ। ਇਸ ਤੋਂ ਬਾਅਦ T1 T2 ਇਹ ਤੁਹਾਡੇ ਟਾਈ ਸਟੇਸ਼ਨ। ਟਾਈ ਮਤਲਬ ਦੋ ਜਿੱਦਾਂ ਦੋ ਡਾਇਮੈਂਸ਼ਨਸ ਨੇ ਜਾਂ ਦੋ ਸਟੇਸ਼ਨਸ ਨੇ ਉਹਨਾਂ ਨੂੰ ਮਤਲਬ ਆਪਾਂ ਟਾਈ ਅਪ ਕਰਨ ਵਾਸਤੇ ਮਤਲਬ ਟਾਈ ਸਟੇਸ਼ਨਸ ਇਹ ਲਏ ਆ। ਸੋ ਇਹ ਫਿਗਰ ਵੇਖ ਕੇ ਤੁਹਾਨੂੰ ਥੋੜਾ ਕਨਸੈਪਟ ਕਲੀਅਰ ਹੋ ਗਿਆ ਹੋਊਗਾ ਕਿ ਮੇਨ ਸਟੇਸ਼ਨ ਕਿਹੜੇ ਹੁੰਦੇ ਆ, ਸਬਸਿਡਰੀ ਸਟੇਸ਼ਨ ਕਿਹੜੇ ਹੁੰਦੇ ਆ ਤੇ ਟਾਈ ਸਟੇਸ਼ਨ ਕਿਹੜੇ ਹੁੰਦੇ ਆ। ਹੁਣ ਆਪਾਂ ਇਹਨਾਂ ਦੀ ਕੱਲੇ ਬਾਰੇ ਤੁਹਾਨੂੰ ਚਾਨਣਾ ਪਾਉਂਦੇ ਹਾਂ। ਲੋ ਜੀ ਟਰਮ ਰਿਲੇਟਡ ਟੂ ਚੇਨ ਸਰਵਿੰਗ ਦੇ ਵਿੱਚ ਮੇਨ ਸਟੇਸ਼ਨ along the boundary of an area control points are known as main station। ਆਪਾਂ ਪਹਿਲਾਂ ਗੱਲ ਕੀਤੀ ਨਾ ਵੀ ਜਿੰਨੀ ਵੀ ਸਾਡੀ ਬਾਉਂਡਰੀ ਆ ਬਾਰ-ਬਾਰ ਜੋ ਮਾਰਕ ਕਰਦੇ ਆ ਜਿੰਨੇ ਵੀ ਸਾਡੇ ਕੰਟਰੋਲ ਪੁਆਇੰਟ ਨੇ ਆਰ ਸੈਟ ਟੂ ਬੀ ਮੇਨ ਸਟੇਸ਼ਨ। ਦਾ ਲਾਈਨ ਜੁਆਇਨਿੰਗ ਦਾ ਮੇਨ ਸਟੇਸ਼ਨ, ਜਿਹੜੀਆਂ ਲਾਈਨਾਂ ਮੇਨ ਸਟੇਸ਼ਨਾਂ ਨਾਲ ਜੋੜ ਕੇ ਮੇਨ ਸਟੇਸ਼ਨ ਨੂੰ ਜਿਹੜੀਆਂ ਜੋੜਦੀਆਂ ਵਾ ਉਹਨਾਂ ਨੂੰ ਮੇਨ ਸਰਵੇ ਲਾਈਨ ਕਿਹਾ ਜਾਂਦਾ। ਤਾਂ ਮੇਨ ਸਰਵੇ ਲਾਈਨਸ ਸ਼ੁੱਡ ਕਵਰ ਦਾ ਹੋਲ ਏਰੀਆ।
टू सर्वेड जिन्ना भी साडा एरिया आपां सर्वे करना वा उन्होंने सारे नूं तुहाडी मेन जिहड़ियां लाइन्स कवर करदियां वा ते मेरी वो जिहड़ी गल तुहानूं पिछे दस्सी आ अगे देखो इन्हें लिखिया वा मेन स्टेशन आर डिनोटेड बाय ट्राईएंगल क्योंकि आपां ट्रैंगुलेशन सर्वे करते पे हैं मेन स्टेशनां नूं ट्रैंगलां दे विच शो किया जाता है। अगे आ गया सबसिडरी स्टेशन स्टेशन विच आर ऑन द मेन सर्वे लाइन और एनी अदर सर्वे लाइन आर नोन एज सबसिडरी स्टेशन मतलब जिहड़े होर स्टेशन हुंदे ने जिहड़े मेन सर्वे लाइन तो अलावा जां अदर सर्वे लाइन्स आपां जोड़नियां हुंदियां क्यों जोड़नियां हुंदियां क्योंकि अगली लाइन च लिखिया वा दीज स्टेशंस आर टेकन टू रन सबसिडरी लाइन्स ऑफ फॉर डिवाइडिंग द एरिया क्योंकि आपां जिहड़ा होल एरिया वा जिवें आपां अमृतसर शहर आ किड्डा वड्डा अमृतसर शहर आ ते सारे बार-बार ਜਦੋਂ ਅੰਮ੍ਰਿਤਸਰ ਤੋਂ ਐਂਟਰ ਕਰਦੇ ਆ ਜੰਡਿਆਲੇ ਤੋਂ ਅੱਗੋਂ ਜਦੋਂ ਪਹੁੰਚਦੇ ਆ ਤੇ ਜਦੋਂ ਗੇਟ ਆਉਂਦਾ ਉੱਥੋਂ ਲਾ ਲਓ ਹੁਣ ਕਿੱਥੋਂ ਤੱਕ ਅੰਮ੍ਰਿਤਸਰ ਵੱਧ ਗਿਆ ਇਟ ਮੀਨਸ ਇੱਧਰ ਛਾੜੇ ਤੋਂ ਅਗਲੇ ਬੰਨੇ ਮਤਲਬ ਤੁਸੀਂ ਇਹ ਗੱਲ ਕਲੀਅਰ ਕਰਦੇ ਹੋਗੇ ਕਿ ਜਿਹੜਾ ਤੁਹਾਡਾ ਮੇਨ ਸਟੇਸ਼ਨ ਆ ਤੇ ਉਹ ਹੁਣ ਏਡੀ ਵੱਡੀ ਸਾਡੇ ਕੋਲ ਚੇਨ ਨਹੀਂ ਹੈਗੀ ਤੇ ਇੰਨੀ ਹਵੇ ਮਿੰਤੀ ਨਹੀਂ ਕਰ ਸਕਦੇ ਤੇ ਆਪਾਂ ਨੂੰ ਫਿਰ ਇੱਕ ਸਬਸਿਡਰੀ ਸਟੇਸ਼ਨ ਮਾਰਕ ਕਰਨੇ ਪੈਂਦੇ ਆ ਤਾਂ ਜੋ ਆਪਾਂ ਸਾਰੇ ਏਰੀਏ ਨੂੰ ਨੈਟਵਰਕ ਆਫ ਟ੍ਰਾਇੰਗਲ ਦੇ ਵਿੱਚ ਤੋੜ ਸਕੀਏ ਤੇ ਡਿਵਾਈਡ ਕਰ ਸਕੀਏ ਔਰ ਦਾ ਆਪਾਂ ਆਪਣੀ ਇੱਕ ਸਬਸਿਡਰੀ ਸਟੇਸ਼ਨ ਇਹਦੇ ਵਾਸਤੇ ਵੀ ਚੈਕਿੰਗ ਦਾ ਐਕੂਰੇਸੀ ਆਫ ਦਾ ਟ੍ਰਾਇੰਗਲ ਤੇ ਟ੍ਰਾਇੰਗਲ ਦੀ ਜੇ ਐਕੂਰੇਸੀ ਚੈੱਕ ਕਰਨੀ ਆ ਕਿਉਂਕਿ ਜਦੋਂ ਆਪਾਂ ਫੀਲਡ 'ਚ ਕੰਮ ਕਰਨਾ ਵਾ ਤੇ ਉਸ ਤੋਂ ਬਾਅਦ ਆਪਾਂ ਮੈਪ ਤਿਆਰ ਕਰਨਾ ਵਾ ਤੇ ਮੈਪ ਸਾਡਾ ਸਹੀ ਬਣਿਆ ਉਹਦੀ ਐਕੂਰੇਸੀ ਵਾਸਤੇ ਵੀ ਆਪਾਂ ਮਤਲਬ ਸਬਸਿਡਰੀ ਸਟੇਸ਼ਨ ਜਿਹੜੇ ਆ ਜਾਂ ਆਪਾਂ ਇੰਟੀਰੀਅਰ ਡਿਟੇਲ ਲੈਣੀ ਆ ਅੰਦਰਲੀ ਡਿਟੇਲ ਲੈਣੀ ਆ ਤੇ ਹੁਣ ਮੰਨ ਲਓ ਜਿੱਦਾਂ ਆਪਾਂ ਬਾਰ-ਬਾਰ क्योंकि अमृतसर सारे जानते मैं अमृतसर की एग्जाम्पल तद दे रहा वा कि जदों हुण मेन जिहड़ा गेट बनिया वा उत्थों हुण मतलब बस स्टैंड जिहड़ा बनिया वा उहनूं जे आपां मतलब शो करना होवे उहदी मतलब एडी वड्डी साडे कोल चेन लाइन नहीं हैगी ते नाले आपां मतलब जिहड़े तुहाडे ऑफसैट ने ਉਹਦੀ एक लिमिट हुंदी है ते उस लिमिट तक आपां ऑफसैट लैणे हुंदे आ सो इस करके आपां मेन लाइन तो एक सबसिडरी स्टेशन बना दिंदे आ मेन लाइन तो मतलब एक होर स्टेशन आपां बनाता जिहदे नाल आपां इंटीरियर ਜਿਹੜੀਆਂ ਤੁਹਾਡੀਆਂ ਲੋਕੇਟਿੰਗ ਆ ਉਹਨੂੰ ਆਪਾਂ ਡਿਟੇਲ ਨੂੰ ਲੈ ਸਕਦੇ ਇਸ ਤੋਂ ਬਾਅਦ ਦਾ ਟਰਮ ਰਿਲੇਟਡ ਟੂ ਚੇਨ ਸਰਵੇ ਟਾਈ ਸਟੇਸ਼ਨ ਆਰ ਸਬਸਿਡਰੀ ਸਟੇਸ਼ਨ ਹੀ ਹੁੰਦੇ ਆ ਟੇਕਨ ਔਨ ਦਾ ਮੇਨ ਸਰਵੇ ਲਾਈਨ ਪਰ ਮੇਨ ਸਰਵੇ ਲਾਈਨ ਤੇ ਲੈ ਜਾਂਦੇ ਆ ਲਾਈਨ ਜੁਆਇਨਿੰਗ ਦਾ ਸਟੇਸ਼ਨ ਆਰ ਨੋਨ ਐਸ ਟਾਈ ਲਾਈਨਸ टाई लाइन्स आर टेकन टू लोकेट इंटीरियर डेट वो गल आ गई भी जी टाई लाइन्स ने वो आप इंटीरियर डिटेल्स जड़ियां वा उन्होंने लैन वास्ते लेने अंदर वाली डिटेल जो लैनी आ ते आपां उहनूं मतलब टाई स्टेशनस बनाउने आ मैं एक बारी फिर तुहानूं बैक लैके जाना फिगर तो फिर क्लीयर कराउणा तुसीं आ देखो फिगर इहदे नूं मतलब बिल्कुल कंसनट्रेट होकर देखो ट्रैंगलां वाले तुहाडे मेन स्टेशन आ हुण आ वेखो तुहाडा जिहड़ा चैक लाइन नज़र आती होगी तुहानूं बेस लाइन ये बारे मैं गल करदा वां फिर वेखो ये सारे अंदरले जिहड़े लॉन शो हुंदा पिया वा जां गार्डन शो हुंदा पिया बाहरलियां तो फिर अंदर जिहड़े स्टेशन मार्क कीते आ जे अंदरले स्टेशन ना मार्क कीते ते फिर आपां अंदरली डिटेल नहीं ड्रा कर सकदे सो इस करके सबसिडरी ते टाई स्टेशन जिहड़े आ वो साडी मतलब इंटीरियर जिहड़ी आ अंदरले पॉइंट्स जां तुहाडे जिहड़ा होल फ्रेमवर्क आ उहदी एक्यूरेसी ਜਾਂ ਆਪਣਾ ਕਹਿ ਸਕਦੇ ਆ ਵੀ ਹੋਲ ਏਰੀਆ ਨੂੰ ਨੈਟਵਰਕ ਆਫ ਟ੍ਰਾਇੰਗਲਸ ਦੇ ਵਿੱਚ ਤੋੜਨ ਲਈ ਯੂਜ਼ ਹੁੰਦੇ ਲੋ ਜੀ ਆ ਇਸ ਫਿਗਰ ਤੋਂ ਤੁਸੀਂ ਕਲੀਅਰ ਹੋ ਜਾਓਗੇ ਮੇਨ ਸਰਵੇ ਲਾਈਨ ਜਿਹੜੇ ਮੇਨ ਸਟੇਸ਼ਨ ਹੁੰਦੇ ਆ ਉਹਨਾਂ ਨੂੰ ਜਿਹੜੀ ਲਾਈਨ ਜੋੜਦੀ ਆ ਉਹਨੂੰ ਆਪਾਂ ਮੇਨ ਲਾਈਨ ਕਹਿੰਦੇ ਆ ਚੇਨ ਲਾਈਨ ਵੀ ਇਹਨੂੰ ਕਹਿੰਦੇ ਆ ਦੇਖੋ ਮੇਨ ਲਾਈਨ ਹੋ ਗਈ ਗਾਰਡਨ ਉਤਲੇ ਬੰਨੇ ਵੇਖੋ ਮੇਨ ਲਾਈਨ ਆ ਦੋ ਟ੍ਰਾਇੰਗਲ ਬਣੀਆਂ ਵਾ ਇਹਦਾ ਮਤਲਬ ਦੋਵੇਂ ਇਹ ਤੁਹਾਡੇ ਮੇਨ ਸਟੇਸ਼ਨ ਆ ਇਹਨਾਂ ਨੂੰ ਜਿਹੜੀ ਲਾਈਨ ਜੁੜਦੀ ਆ ਦੈਟ ਇਜ਼ ਮੇਨ ਸਰਵੇ ਲਾਈਨ ਟਰਮ ਰਿਲੇਟਡ ਟੂ ਚੇਨ ਸਰਵੇ ਇਸ ਤੋਂ ਬਾਅਦ ਆ ਗਈ ਬੇਸ ਲਾਈਨ ਹੁਣ ਦੇਖੋ ਬੇਸ ਲਾਈਨ ਬੜੀ ਇੰਪੋਰਟੈਂਟ ਆ ਕਿਉਂਕਿ ਚੇਨ ਜਿਹੜਾ ਸਰਵੇ ਆ ਜੇ ਆਪਾਂ ਮੇਨ ਕਹਿ ਦਈਏ ਵੀ ਬੇਸ ਲਾਈਨ ਦੇ ਆਲੇ ਦੁਆਲੇ ਘੁੰਮਦਾ ਸਾਰਾ ਮੈਪ ਕਿਉਂਕਿ ਬੇਸ ਲਾਈਨ ਕੀ ਆ ਦਾ ਲਾਈਨ ਵਿਚ ਦਾ ਫਰੇਮਵਰਕ ਆਫ ਦਾ ਸਰਵੇ is built is known as मतलब ਜਿਹਦੇ ਆਲੇ ਦੁਆਲੇ ਆਪਾਂ ਸਰਵੇ ਬਿਲਡ ਅਪ ਕਰਨਾ ਵਾ that is baseline it is most important line of the survey so generally longest of the main survey line is considered as the baseline
ਆਪਾਂ ਮੇਨਲੀ ਜਿਹੜੀ ਸਭ ਤੋਂ ਲੰਬੀ ਲਾਈਨ ਆ ਉਹਨੂੰ ਬੇਸ ਲਾਈਨ ਲੈ ਲੈਂਦੇ ਆ, ਜਾਂ ਮਤਲਬ ਕੀ ਹੈਗਾ ਵਾ ਵੀ ਜਿਹੜਾ ਤੁਹਾਡਾ ਹੋਲ ਏਰੀਆ ਵਾ ਉਸ ਏਰੀਏ ਨੂੰ ਅੱਧ ਚ ਕਰਦੀ ਆ, ਮਤਲਬ ਉਹਦੇ ਸਾਰਾ ਜਿਹੜਾ ਏਰੀਆ ਵਾ ਉਹਦੇ ਆਲੇ ਦੁਆਲੇ ਆਪਾਂ ਮਤਲਬ ਥਰੋ ਫੇਅਰਲੀ ਗਰਾਊਂਡ ਮਤਲਬ ਪੱਧਰੀ ਗਰਾਊਂਡ ਹੋਣੀ ਚਾਹੀਦੀ ਹੈ, ਐਂਡ ਸ਼ੁੱਡ ਬੀ ਮੇਜਰਡ ਵੈਰੀ ਕੇਅਰਫੁਲੀ ਐਂਡ ਐਕੂਰੇਟਲੀ, ਮਤਲਬ ਬੜੇ ਧਿਆਨ ਨਾਲ ਮਿਲਣਾ ਚਾਹੀਦਾ। ਹੁਣ ਦੇਖੋ ਇਹ ਜਿੱਦਾਂ ਤੁਸੀਂ ਸਾਰੇ ਸਟੂਡੈਂਟਸ ਜਿਹੜੇ ਆ ਸਿਵਲ ਇੰਜੀਨੀਅਰਿੰਗ ਨਾਲ ਰਿਲੇਟ ਕਰਦੇ ਆ, ਤੇ ਮੇਰੇ ਖਿਆਲ ਤੁਸੀਂ ਰੂਫ ਬਾਰੇ ਤੁਹਾਨੂੰ ਤੁਹਾਡੇ ਇੰਸਟ੍ਰਕਟਰਸ ਨੇ ਪੜਾਇਆ ਹੋਊਗਾ। ਛੱਤਾਂ ਦੇ ਵਿੱਚ ਇੱਕ ਬੀਮ ਹੁੰਦਾ, ਬਾਕੀ ਸਾਰੇ ਬੀਮ ਆਪਾਂ ਮਤਲਬ ਕਈ ਵਾਰੀ ਮਿਸਤਰੀ ਕਾਲਪ ਕਰਦੇ ਤੇ ਕਹਿੰਦੇ ਆ ਮਾਝਾ ਬੀਮ ਆ। ਮਾਝਾ ਮੀਨਸ ਬਿਲਕੁਲ ਵਿਚਕਾਰ ਆ, ਬਾਕੀ ਸਾਰੇ ਇਹਦੇ ਆਲੇ ਦੁਆਲੇ ਮਤਲਬ ਮਾਝਾ ਬੀਮ ਸਾਰਿਆਂ ਦਾ ਲੋਡ ਚੱਕਦਾ ਪਿਆ। ਮਤਲਬ ਜਿੱਦਾਂ ਮਤਲਬ ਹੁਣ ਤੁਸੀਂ ਫੋਰ ਐਗਜ਼ਾਮਪਲ ਗੱਲ ਕਰਦੇ ਪੰਜਾਬ ਮਾਝਾ ਮਾਲਵਾ ਦੁਆਬਾ, ਹੁਣ ਦੇਖੋ ਪੰਜ ਆਬ ਮੈਨੇ ਪਾਣੀ ਹੋ ਗਿਆ, ਇਹਦਾ ਮਤਲਬ 5 ਦਰਿਆਵਾਂ ਦੀ ਧਰਤੀ ਆ ਸਾਡੀ ਪੰਜਾਬ, ਤੇ ਇਹਦੇ ਵਿੱਚ ਵੇਖੋ 2 ਦਰਿਆ ਜਿਹੜੇ ਆ ਜੇਹਲਮ ਤੇ ਚਨਾਬ ਜਿਹੜੇ ਆ। ਹੁਣ ਮਤਲਬ ਤੁਸੀਂ ਜੇ 5 ਦਰਿਆਵਾਂ ਨੂੰ ਮਾਝਾ ਦਰਿਆ ਕੱਢਣਾ ਹੋਵੇ, ਮਾਝਾ ਇਹਦਾ ਮਤਲਬ ਮਾਝਾ ਕਿਹੜਾ ਹੋਊਗਾ ਰਾਵੀ, ਤੋਂ ਰਾਵੀ ਦੇ ਪਰਲੇ ਬੰਨੇ 2 ਦਰਿਆ ਵਾ ਤੇ ਰਾਵੀ ਦੇ ਇਧਰਲੇ ਬੰਨੇ 2 ਦਰਿਆ ਵਾ। ਹੁਣ ਤੁਸੀਂ ਆਪਾਂ ਕਹਿੰਦੇ ਦੁਆਬਾ, 2 ਆਬ, ਦੋਵਾਂ ਦਰਿਆਵਾਂ ਦੇ ਵਿਚਕਾਰ ਜਿਹੜੀ ਧਰਤੀ ਆ ਉਹ ਆ ਗਿਆ ਦੁਆਬ। ਇਹਦਾ ਮਤਲਬ ਜਿੱਦਾਂ ਸਤਲੁਜ ਤੇ ਬਿਆਸ ਦੇ ਵਿਚਕਾਰ ਆ ਗਿਆ, ਇਸੇ ਕਰਕੇ ਰਾਵੀ ਦੇ ਨੇੜੇ ਨੇੜੇ ਅੰਮ੍ਰਿਤਸਰ ਜਾਂ ਮਤਲਬ ਗੁਰਦਾਸਪੁਰ ਬਟਾਲਾ ਬੈਲਟ ਜਿਹੜੀ ਆ ਇਹਨੂੰ ਮਤਲਬ ਮਾਝੇ ਵਾਲੇ ਲੋਕ ਕਹਿੰਦੇ ਆ, ਤਦ ਕਰਕੇ ਮਾਝਾ ਕਹਿੰਦੇ ਆ। ਸੋ ਆਪਾਂ ਤੁਸੀਂ ਸੁਣਿਆ ਹੋਗਾ ਮਾਝੇ ਵਾਲੇ ਭਾਊ ਆ ਗਏ। ਸੋ ਇਸ ਕਰਕੇ ਮਤਲਬ ਜਿਹੜੀ ਬੇਸ ਲਾਈਨ ਆ ਉਹ ਮਤਲਬ ਬਿਲਕੁਲ ਸੈਂਟਰ ਦੇ ਵਿੱਚ, ਮੈਂ ਤੁਹਾਨੂੰ ਐਗਜ਼ਾਮਪਲ ਸਮਝਾਉਣ ਲਈ ਕੀਤੀ ਆ ਕਿ ਮਤਲਬ ਜਿੱਦਾਂ ਸਾਰਾ ਏਰੀਆ ਵਾ ਉਹਦਾ ਜਿਹੜਾ ਸੈਂਟਰ ਵਿੱਚ ਜਿਹੜੀ ਲਾਈਨ ਮਤਲਬ ਇਹ ਬਹੁਤ ਜਨਰਲੀ ਆਪਾਂ ਲੌਂਗੈਸਟ ਲਾਈਨ ਨੂੰ ਲੈਂਦੇ ਆ, ਜਾਂ ਸਾਰਾ ਇਹ ਜਿਹੜਾ ਸਰਵੇ ਆ ਜਾਂ ਚੇਨ ਜਿਹੜਾ ਸਰਵੇ ਆ ਜਿਹੜਾ ਆਪਾਂ ਮਤਲਬ ਚੇਨ ਦਾ ਮੈਪ ਤਿਆਰ ਕਰਨਾ ਚੇਨ ਸਰਵੇ ਕਰਕੇ, ਤੇ ਉਹ ਇਹਦੇ ਆਲੇ ਦੁਆਲੇ ਹੀ ਘੁੰਮਦਾ। ਇਸ ਤੋਂ ਬਾਅਦ ਚੈੱਕ ਲਾਈਨ, the line joining the apex point of a triangle to some fixed point on the base is known as check line। ਹੁਣ ਇੱਕ ਸ਼ਬਦ ਆ ਗਿਆ apex, APEX, apex। ਹੁਣ apex ਕੀ ਚੀਜ਼ ਹੋਊਗੀ, ਜਿੱਦਾਂ ਹੁਣ ਟ੍ਰਾਇੰਗਲ ਆ, ਤਾਂ ਟ੍ਰਾਇੰਗਲ ਜਦੋਂ ਆਪਾਂ ABC ਬਣਾਤੀ ਆ, ਤੁਹਾਡੇ ਸਾਹਮਣੇ ਟ੍ਰਾਇੰਗਲ ਨਜ਼ਰ ਆਉਂਦੀ ਆ, ਤਾਂ ਟ੍ਰਾਇੰਗਲ ਦਾ ਜਿਹੜਾ ਐਂਗਲ ਵਰਟੀਕਲ ਪਲੇਨ 'ਚ ਸ਼ੋ ਹੁੰਦਾ ਪਿਆ ਵਾ, ਮਤਲਬ ਉਹਦੇ ਤੋਂ ਆਪਾਂ ਜਦੋਂ ਉਹਨੂੰ ਆਪਾਂ ਅਪੈਕਸ ਐਂਗਲ ਕਹਿੰਦੇ ਆ, ਤੇ ਉਹਦੇ ਤੋਂ ਮਤਲਬ ਐਂਗੂਲਰ ਪੁਆਇੰਟ ਤੋਂ ਜਦੋਂ ਆਪਾਂ ਕੋਈ ਡਿਸਟੈਂਸ ਜਾਂ ਲਾਈਨ ਮਾਰਕ ਕੀਤੀ, ਮਤਲਬ ਪੁਆਇੰਟ ਦਾ ਬੇਸ is known as check line। it is taken to check the accuracy of triangle। ਇਹ ਟ੍ਰਾਇੰਗਲ ਦੀ ਐਕੂਰੇਸੀ ਨੂੰ ਚੈੱਕ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਆ। so it is taken to check accuracy of triangle। sometimes this line help to locate anterior detail। ਕਦੀ ਕਦੀ ਆਪਾਂ ਇਹ ਜਿਹੜੀ ਚੈੱਕ ਲਾਈਨ ਆ ਉਹ ਅੰਟੀਰੀਅਰ ਡਿਟੇਲ ਨੂੰ ਵੀ ਆਪਾਂ ਸ਼ੋ ਕਰਨ ਵਾਸਤੇ ਯੂਜ਼ ਕਰ ਲੈਂਦੇ ਹਾਂ। ਇਸ ਤੋਂ ਬਾਅਦ ਟਾਈ ਲਾਈਨ, ਸੋ ਲਾਈਨ ਜੁਆਇਨਿੰਗ ਦਾ ਟਾਈ ਸਟੇਸ਼ਨ, ਜਿਹੜੀਆਂ ਟਾਈ ਸਟੇਸ਼ਨ ਨੂੰ ਲਾਈਨ ਜੋੜਦੀ ਹੈ ਡੈਟ ਇਜ਼ ਟਾਈ ਲਾਈਨ ਹੋ ਗਈ। ਦਾ ਰਨ ਟੇਕ ਇਟ ਇਜ਼ ਰਨ ਟੂ ਟੇਕ ਇੰਟੀਰੀਅਰ ਡਿਟੇਲ ਵਿਚ ਆਰ ਫਾਰ ਅਵੇ ਫਰੋਮ ਦਾ ਮੇਨ ਸਟੇਸ਼ਨ। ਮਤਲਬ ਮੇਨ ਲਾਈਨ ਤੋਂ ਜੋ ਜਿਹੜੇ ਦੂਰ ਹੁੰਦੇ ਨੇ ਆਬਜੈਕਟ, ਉਹਨਾਂ ਨੂੰ ਆਪਾਂ ਮਤਲਬ ਡਿਟੇਲ ਨੂੰ ਲੈਣ ਵਾਸਤੇ ਆਪਾਂ ਟਾਈ ਲਾਈਨ ਨੂੰ ਕਰਦੇ ਹਾਂ। ਇਟ ਇਜ਼ ਆਲਸੋ ਅਵੋਇਡ ਲੌਂਗ ਆਫਸੈਟ। ਮੈਂ ਆਫਸੈਟ ਦੀ ਗੱਲ ਵੀ ਹੁਣੇ ਮੈਂ ਕਰਨੀ ਆ, ਇਹਦੇ ਬਾਰੇ ਵੀ ਦੱਸਾਂਗਾ ਵੀ ਜਿਹੜੇ ਲੌਂਗ ਆਫਸੈਟ ਤੇ ਸ਼ਾਰਟ ਆਫਸੈਟ ਕਿਹੜੇ ਹੁੰਦੇ ਨੇ। ਤਾਂ ਉਹ ਲੌਂਗ ਆਫਸੈਟਸ ਜਿਹੜੇ ਆ ਉਹ ਫਿਰ ਆਪਾਂ ਨੂੰ ਨਹੀਂ ਬਣਾਉਣੇ ਪੈਂਦੇ। ਤਾਂ ਇਟ ਕੈਨ ਆਲਸੋ ਸਰਵ ਚੈੱਕ ਲਾਈਨ, ਮਤਲਬ ਇਹ ਚੈੱਕ ਲਾਈਨ ਨੂੰ ਵੀ ਸਰਵ ਕਰਦੀ ਆ। ਆਹ ਦੇਖੋ ਟਾਈ ਲਾਈਨ ਆ, 2 ਲਾਈਨਾਂ ਨੂੰ ਜਿਹੜੀ ਜੁਆਇਨ ਕਰਦੀ ਆ, ਦੈਟ ਇਜ਼ ਟਾਈ। ਲਓ ਜੀ, ਇਸ ਤੋਂ ਬਾਅਦ ਹੁਣ ਤੁਸੀਂ ਚੇਨ ਸਰਵੇ ਸਾਰਾ ਚੈਪਟਰ ਆਪਾਂ 3 ਲੈਕਚਰ ਲਾਏ, ਉਹਦੇ ਵਿੱਚ ਤੁਸੀਂ ਚੇਨ ਸਰਵੇ ਮਤਲਬ ਕਰਨਾ ਵਾ, ਤੇ ਤੁਹਾਨੂੰ ਸਿਲੈਕਸ਼ਨ ਕਰਨੀ ਪਊਗੀ ਵੀ ਚੇਨ ਸਰਵੇ ਜੇ ਕਰਨਾ ਵਾ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਊਗਾ। ਸੋ ਪਹਿਲੀ ਗੱਲ, ਇਟ ਸ਼ੁੱਡ ਬੀ ਵਿਜ਼ੀਬਲ ਫਰੋਮ ਲੀਸਟ 2 or more ਸਟੇਸ਼ਨ। ਜਿਹੜੇ ਵੀ ਤੁਸੀਂ ਮਤਲਬ ਸਟੇਸ਼ਨ ਲੈਣੇ ਆ ਉਹਦੇ ਤੋਂ ਘੱਟੋ ਘੱਟ 2 ਜਾਂ ਵੱਧ ਤੋਂ ਵੱਧ ਮਤਲਬ ਜਿਹੜੇ ਸਟੇਸ਼ਨ ਤੁਹਾਨੂੰ ਦਿਖਣੇ ਚਾਹੀਦੇ ਆ। ਸੋ ਇਟ as far as possible main line should run on level ground। ਕੋਸ਼ਿਸ਼ ਕਰਨੀ ਆ ਵੀ ਜਿਹੜੀ ਮੇਨ ਸਰਵੇ ਲਾਈਨਸ ਆ ਉਹਨਾਂ ਨੂੰ ਲੈਵਲ ਗਰਾਊਂਡ ਦੇ ਵਿੱਚ ਮਤਲਬ ਆਪਾਂ ਨੇ ਲੋਕੇਟ ਕਰਾਉਣਾ ਵਾ। ਮਤਲਬ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਜਿਹੜੇ ਮੇਨ ਸਰਵੇ ਲਾਈਨਸ ਆ ਉਹ ਲੈਵਲ ਫੇਅਰਲੀ ਗਰਾਊਂਡ ਤੇ ਹੋਣੀ ਚਾਹੀਦੀਆਂ।
ਤੇ ਆਲ ਟ੍ਰਾਇੰਗਲ ਸ਼ੁੱਡ ਬੀ ਵੈਲ ਕੰਡੀਸ਼ਨ। ਮੈਂ ਕੱਲ ਪਰਸੋਂ ਵੀ ਗੱਲ ਕੀਤੀ ਸੀਗੀ ਕਿ ਜਿਹੜੀਆਂ ਸਾਰੀਆਂ ਟ੍ਰਾਇੰਗਲਸ ਵੈਲ ਕੰਡੀਸ਼ਨ ਹੋਣੀ ਚਾਹੀਦੀਆਂ। ਸੋ ਮੇਰਾ ਖਿਆਲ ਜਦੋਂ ਮੈਂ ਵੈਲ ਕੰਡੀਸ਼ਨ ਬੋਲਦਾ ਵਾਂ ਤੇ ਬੱਚਿਆਂ ਦੇ ਦਿਮਾਗ ਵਿੱਚ ਆ ਜਾਂਦਾ ਹੋਊਗਾ ਜਦ ਸਰ ਗੱਲ ਕਰਦੇ ਪਏ ਵੀ ਜਿਹੜੀ ਟ੍ਰਾਇੰਗਲ ਦੇ ਐਂਗਲ 30 ਤੋਂ ਘੱਟ ਨਹੀਂ ਹੁੰਦੇ ਤੇ 120 ਤੋਂ ਵੱਧ ਨਹੀਂ ਨਾ ਹੁੰਦੇ, ਉਹਨੂੰ ਵੈਲ ਕੰਡੀਸ਼ਨ ਟ੍ਰਾਇੰਗਲ ਕਹਿੰਦੇ ਆ। ਇਸਦਾ ਮਤਲਬ ਵੈਲ ਕੰਡੀਸ਼ਨ ਟ੍ਰਾਇੰਗਲ ਜਿਹੜੀ ਆ ਉਹ ਮਤਲਬ ਆਪਾਂ ਬਣਾਉਣੀ ਹੈ। ਸੋ ਮੇਨ ਨੈਟਵਰਕ ਸ਼ੁੱਡ ਹੈਵ ਏ ਫਿਊ ਲਾਈਨਸ ਐਜ਼ ਪੋਸੀਬਲ। ਜਿਹੜਾ ਤੁਹਾਡਾ ਨੈਟਵਰਕ ਆ ਕੋਸ਼ਿਸ਼ ਕਰੋ ਘੱਟ ਤੋਂ ਘੱਟ ਲਾਈਨਾਂ ਆਪਾਂ ਮਾਰਕ ਕਰਾਈਏ ਤਾਂ ਜੋ ਫਿਰ ਜਿਹੜਾ ਮੈਪ ਆ ਉਹ ਕੱਲੀਆਂ ਲਾਈਨਾਂ ਨਾ ਬਣ ਜਾਣ। ਮਤਲਬ ਜਿੱਦਾਂ ਪੰਜਾਬੀ 'ਚ ਕਈ ਵਾਰੀ ਕਹਿੰਦੇ ਵੀ ਆਹ ਕੀ ਮਕੌਲਾ ਤੂੰ ਪਾਤਾ, ਇਹਦਾ ਮਤਲਬ ਲਾਈਨਾਂ ਬਣਾਈ ਜਾਏ ਤੇ ਸਾਡੇ ਮੇਨ ਜਿਹੜੇ ਡਿਟੇਲਸ ਆ ਉਹ ਸਾਨੂੰ ਲੱਭੇ ਨਾ, ਕੱਲੀਆਂ ਲਾਈਨਾਂ ਨਜ਼ਰ ਆਉਣ। ਸੋ ਇਸ ਕਰਕੇ ਕੋਸ਼ਿਸ਼ ਕਰਨੀ ਆ ਵੀ ਆਪਾਂ ਜਿਹੜੀਆਂ ਲਾਈਨਸ ਆ ਉਹ ਮਤਲਬ ਘੱਟ ਤੋਂ ਘੱਟ ਹੋਣੀਆਂ ਚਾਹੀਦੀਆਂ, ਪੋਸੀਬਿਲਿਟੀ ਰੱਖਣੀ। ਇਸ ਤੋਂ ਬਾਅਦ ਈਚ ਮੇਨ ਟ੍ਰਾਇੰਗਲ ਸ਼ੁੱਡ ਹੈਵ ਲੀਸਟ 1 ਚੈੱਕ ਲਾਈਨ। ਇੱਕ ਜਿਹੜੀ ਟ੍ਰਾਇੰਗਲ ਬਣਾਉਣੀ ਆ ਘੱਟੋ ਘੱਟ ਉਹਦੀ ਚੈੱਕ ਲਾਈਨ ਇੱਕ ਜ਼ਰੂਰ ਮਾਰਕ ਕਰਨੀ ਆ ਤਾਂ ਜੋ ਉਹਨੂੰ ਬਾਅਦ ਚ ਫਿਰ ਆਪਾਂ ਸਾਡਾ ਜਿਹੜਾ, ਕਿਉਂਕਿ ਜਦੋਂ ਇੱਕ ਵਾਰੀ ਫੀਲਡ 'ਚ ਕੰਮ ਕਰ ਆਏ ਆ ਉਸ ਤੋਂ ਬਾਅਦ ਦੁਬਾਰਾ ਫੀਲਡ 'ਚ ਤੁਹਾਨੂੰ ਨਾ ਜਾਣਾ ਪਵੇ ਤੇ ਸਾਡੇ ਨਾਲ ਜਿਹੜੀ ਚੈੱਕ ਲਾਈਨ ਆ ਤੇ ਸਾਡਾ ਜਿਹੜਾ ਮੈਪ ਆ ਉਹ ਮਤਲਬ ਚੈੱਕ ਹੋ ਜੇ। ਸੋ obstacles to ranging and chaining should be avoided। ਆ obstacle ਸ਼ਬਦ ਆ ਗਿਆ। obstacles ਕੀ ਹੁੰਦੀਆਂ? ਰੁਕਾਵਟਾਂ, ਅੜਚਣਾ। ਜਿੱਦਾਂ ਹੁਣ ਸਾਡੇ ਬੜੇ ਹਰਮਨ ਪਿਆਰੇ ਸਿਖਿਆਰਥੀ ਆ, ਇਹਨਾਂ ਨੂੰ ਪੜ੍ਹਨ ਦੇ ਵਿੱਚ ਮਤਲਬ ਕੁਛ obstacles ਅੱਜ ਕੱਲ੍ਹ ਹੁੰਦੀਆਂ। ਜਿੱਦਾਂ ਮਤਲਬ ਹੁਣ ਨੈਟ ਜਿਹੜਾ ਵਾ ਉਹ ਮਤਲਬ ਮੋਸਟਲੀ ਬੱਚੇ ਜਿਹੜੇ ਆ, ਕਈ ਬੱਚੇ ਜਿਹੜੇ ਮੈਂ ਗੱਲ ਕਰਦਾ ਉਹ ਮਤਲਬ ਪੜ੍ਹਾਈ ਵਾਲੇ ਬੰਨੇ ਅੜਚਨ ਆ ਜਾਂਦੀ ਵੀ ਹਾਂ ਪਬਜੀ ਖੇਡਣੀ ਆ, ਗੇਮਸ ਖੇਡਣੀਆਂ ਵਾ ਜਾਂ ਮਤਲਬ ਵੈਸੇ ਆਪਾਂ ਇੰਟਰਨੈਟ ਯੂਜ਼ ਕਰਨਾ ਵਾ ਤੇ ਇਸ ਕਰਕੇ ਉਹ ਇੰਟਰਨੈਟ ਪੈਕ ਖਤਮ ਹੋ ਜਾਂਦਾ ਤੇ ਕਲਾਸ ਫਿਰ ਮਿਸ ਹੋ ਜਾਂਦੀ ਹੈ। ਇਹਦਾ ਮਤਲਬ ਇਹ ਰੁਕਾਵਟ ਹੋ ਗਈ ਨਾ ਤੁਹਾਡੀ ਕਲਾਸ ਲੱਗਣ ਦੇ ਵਿੱਚ। ਸੋ obstacles ਮੈਂ ਹੁਣ ਗੱਲ ਕਰਦਾ ਚੇਨ ਦੀ। obstacles to ranging and chaining should be avoided। ਜਿਹੜੀਆਂ ਰੇਂਜਿੰਗ ਤੇ ਚੇਨਿੰਗ ਵਿੱਚ ਜਿਹੜੀਆਂ ਅੜਚਨਾਂ ਹੁੰਦੀਆਂ ਵਾ ਉਹਨਾਂ ਨੂੰ ਆਪਾਂ ਅਵੋਇਡ ਕਰਨਾ ਵਾ। ਹੁਣ ਮਤਲਬ ਮੰਨ ਲਓ ਜਦੋਂ ਤੁਸੀਂ ਚੇਨ ਸਰਵੇ ਕਰਦੇ ਪਏ ਆ ਤੇ ਰਾਹ ਵਿੱਚ ਮਤਲਬ ਛੱਪੜ ਆਉਣ ਡਿਆ ਤੇ ਤੁਸੀਂ ਹੁਣ ਛੱਪੜ ਦੇ ਵਿੱਚੋਂ ਦੀ ਚੇਨ ਥੋੜੇ ਮੇਜਰ ਕਰੋਗੇ। ਮਤਲਬ ਜੇ ਤੇ ਬਹੁਤ ਕੰਡੀਸ਼ਨਸ ਹੈਗੀ ਆ ਵੀ ਆਪਾਂ ਨੂੰ ਜਗ੍ਹਾ ਨਹੀਂ ਹੈਗੀ ਤੇ ਫਿਰ ਉਹਨੂੰ ਮਿਲਣ ਵਾਸਤੇ ਵੀ ਤਰੀਕੇ ਹੈਗੇ ਨੇ obstacles ਨੂੰ, ਪਰ ਕੋਸ਼ਿਸ਼ ਕਰਨੀ ਆ ਵੀ ਜਿਹੜੀ obstacles ਆ ਉਹ ਉਹਨੂੰ ਅਵੋਇਡ ਹੀ ਕੀਤਾ ਜਾਵੇ। ਸੋ ਸਾਈਡ ਆਫ ਦਾ ਲਾਰਜਰ ਟ੍ਰਾਈਐਂਗਲ should pass a close to boundary line as possible। ਜਿਹੜੀਆਂ ਟ੍ਰਾਇੰਗਲਾਂ ਵਾ ਮੇਨ ਲਾਈਨਾਂ ਜਿੱਦਾਂ ਜਾਂ ਮਤਲਬ ਜਿਹੜੀਆਂ ਸਾਈਡਸ ਆਫ ਟ੍ਰਾਇੰਗਲ ਆ ਉਹ ਮਤਲਬ ਕੋਸ਼ਿਸ਼ ਕਰਨੀ ਆ ਵੀ ਜਿਹੜੀਆਂ ਤੁਹਾਡੀਆਂ ਬਾਉਂਡਰੀ ਲਾਈਨਸ ਨੂੰ ਉਹਦੇ ਨਾਲ ਕਲੋਜ਼ਲੀ ਹੋਣ। ਸੋ ਟਰੀ ਪਾਸਿੰਗ ਐਂਡ ਫ੍ਰੀਕੁਐਂਟ ਕ੍ਰਾਸਿੰਗ ਆਫ ਰੋਡਸ ਸ਼ੁੱਡ ਬੀ ਅਵੋਇਡਡ। ਮਤਲਬ ਜਦੋਂ ਸਰਵੇ ਕਰਨਾ ਵਾ ਆਪਾਂ ਜਦੋਂ ਸਟੇਸ਼ਨ ਮਾਰਕ ਕਰਨੇ ਆ, ਰੇਂਜਿੰਗ ਕਰਨੀ ਆ, ਆਪਾਂ ਕੋਸ਼ਿਸ਼ ਹੋਣੀ ਚਾਹੀਦੀ ਵੀ ਰਾਹ ਵਿੱਚ ਜਿੱਦਾਂ ਸਾਡੀ ਜਿਹੜੀ ਲਾਈਨ ਆ ਉਹਦੇ ਵਿੱਚ ਰੁੱਖ ਤਾਂ ਨਹੀਂ ਕੋਈ ਆਉਣ ਡਿਆ। ਜੇ ਰੁੱਖ ਆਊਗਾ ਤੇ ਅਗਰ ਸਾਨੂੰ ਰੇਂਜ ਕਰਨੀ ਔਖੀ ਹੋ ਜੂਗੀ ਤੇ ਜਾਂ ਮਤਲਬ ਰਾਹ ਵਿੱਚ ਕੋਈ ਕ੍ਰਾਸਿੰਗ ਆ ਜੇ ਰੋਡਸ ਦੀ, ਇਸ ਚੀਜ਼ਾਂ ਨੂੰ ਵੱਧ ਤੋਂ ਵੱਧ ਆਪਾਂ ਅਵੋਇਡ ਕਰਨਾ ਵਾ। ਲੋ ਜੀ, ਆਪਰੇਸ਼ਨ ਇਨ ਚੇਨ ਸਰਵਿੰਗ। ਇਹਦੇ ਵਿੱਚ ਚੇਨ ਸਰਵੇ ਜਦੋਂ ਕਰਨਾ ਕਿਹੜੇ ਕਿਹੜੇ ਆਪਰੇਸ਼ਨ ਆ? ਸਭ ਤੋਂ ਪਹਿਲਾਂ ਚੇਨਿੰਗ, ਰੇਂਜਿੰਗ, ਆਫਸੈਟਿੰਗ। ਇਹ ਮਤਲਬ 3 ਆਪਰੇਸ਼ਨਸ ਆਪਾਂ ਨੂੰ ਕਰਨੇ ਪੈਂਦੇ ਆ ਸਾਈਮਲਟੇਨੀਅਸਲੀ। ਸਾਈਮਲਟੇਨੀਅਸ ਦਾ ਮਤਲਬ ਹੁੰਦਾ ਵਾ ਨਾਲ ਨਾਲ। ਇਹ ਨਹੀਂ ਕਿ ਪਹਿਲਾਂ ਚੇਨਿੰਗ ਕਰੋ ਫਿਰ ਰੇਂਜਿੰਗ, ਮਤਲਬ ਨਾਲ ਨਾਲ ਹੀ ਕਰਨੀ ਹੈ। ਜਿੱਦਾਂ ਮਤਲਬ ਕਲਚਰਲ ਵਿੱਚ ਤੁਸੀਂ ਕਈ ਵਾਰੀ ਬੋਲੀਆਂ ਸੁਣਦੇ ਆ ਵੀ ਮੇਰੇ ਨਾਲ ਨਾਲ ਚੱਲੇ ਜੀ ਗਰਧਾਰੀ ਲਾਲ, ਜੇ ਮੈਂ ਚੱਲ ਗਈ ਸਿਨੇਮਾ ਵੇਖਣ ਮੇਰੇ ਨਾਲ ਨਾਲ ਚੱਲੇ ਜੀ ਗਰਧਾਰੀ ਲਾਲ। ਮਤਲਬ ਆਪਾਂ ਹੁਣ ਜੇ ਨਾਲ ਨਾਲ ਦਾ ਮਤਲਬ ਕੀ ਹੋ ਗਿਆ? ਸਾਈਮਲਟੇਨੀਅਸਲੀ। ਸਾਈਮਲਟੇਨੀਅਸਲੀ ਇਹਦਾ ਮਤਲਬ ਆਪਾਂ ਇਹ ਜਿਹੜੀਆਂ ਤਿੰਨੇ ਜਿਹੜੀਆਂ ਆਪਰੇਸ਼ਨਸ ਨੇ ਇਹ ਨਾਲ ਨਾਲ ਕਰਨੇ ਆ। ਲਓ ਜੀ, ਸਭ ਤੋਂ ਪਹਿਲਾਂ ਚੇਨਿੰਗ ਦੀ ਗੱਲ ਆ ਗਈ। ਤਾਂ ਚੇਨਿੰਗ ਆਪਾਂ ਔਨ ਲੈਵਲ ਗਰਾਊਂਡ, ਲੈਵਲ ਗਰਾਊਂਡ ਤੇ ਜਦੋਂ ਚੇਨਿੰਗ ਕਰਨੀ ਆ तो चेनिंग का मतलब मिनती करनी, मेजरिंग करना। तो मेथड ऑफ द टेकिंग मेजरमेंट विद द हेल्प ऑफ चेन और टेप इज टर्म एज चेनिंग। तो चेनिंग इन्वॉल्व फॉलोइंग ऑपरेशन, एक फिक्सिंग द स्टेशन, अनफोल्डिंग द चेन, रेंजिंग करनी है, मेजर द डिस्टेंस ते फोल्डिंग द चेन। मतलब एक सर्वेयर नूं आ 5 चीज़ां दा पता होना चाहिए चेनिंग करने वेले। सब तो पहलों आपां स्टेशन फिक्स करने हैं, जिहड़ी आपां गल कीती स्टेशन ਆਪਾਂ ਉੱਥੇ ਫਿਕਸ ਕਰਨੇ ਆ ਜਿੱਥੇ ਵੱਧ ਤੋਂ ਵੱਧ ਆਪਾਂ ਆਬਜੈਕਟਸ ਦਾ ਵੱਧ ਤੋਂ ਵੱਧ ਡਿਟੇਲ ਨੂੰ ਪਿਕਅਪ ਕਰ ਸਕੀਏ, ਡਿਟੇਲ ਨੂੰ ਲੈ ਸਕੀਏ। ਅੱਜ ਚੇਨ ਸਰਵੇ ਨਹੀਂ ਹੁੰਦੇ, ਅੱਜ ਕੱਲ ਟੋਟਲ ਸਟੇਸ਼ਨ ਹੁੰਦਾ ਵਾ। ਤੋਂ ਜਿੱਦਾਂ ਟੋਟਲ ਸਟੇਸ਼ਨ ਕਰਦੇ ਆ, ਡਿਟੇਲ ਕਰਦੇ ਆ, ਤੇ ਜਦੋਂ ਉੱਥੇ ਸਰਵੇਅਰ ਬੋਲਦੇ ਆ ਵੀ ਆਪਾਂ
ਇੰਨੇ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਤੱਕ ਜਿਹੜਾ ਕੋਰੀਡੋਰ ਹੀ ਇਹਦੀ DPR ਕਰ ਲਈ। ਹੁਣ ਆ ਸ਼ਬਦ ਆ ਗਿਆ DPR, ਇਹ ਨਵਾਂ ਸ਼ਬਦ ਆ, ਮੈਂ ਸਿਖਿਆਰਥੀਆਂ ਨੂੰ ਕਹਾਂਗਾ ਨੋਟ ਕਰ ਲਓ। DPR ਦਾ ਮਤਲਬ ਕੀ ਹੋ ਗਿਆ? ਡਿਟੇਲ ਪਿਕਿੰਗ ਰਿਪੋਰਟ, ਕਿ ਜੋ ਵੀ ਉਹਦੇ ਕੋਰੀਡੋਰ ਚ ਰਾਹ ਵਿੱਚ ਜੋ ਵੀ ਡਿਟੇਲ ਆਈ ਉਹਨੂੰ ਪਿਕਅਪ ਕੀਤਾ। ਸੋ ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਸਟੇਸ਼ਨ ਨੂੰ ਫਿਕਸ ਕਰਨਾ ਵਾ, ਫਿਰ ਚੇਨ ਨੂੰ ਅਨਫੋਲਡ ਕਰਨਾ ਵਾ, ਕਿਉਂਕਿ ਅਨਫੋਲਡ ਦਾ ਮਤਲਬ ਹੁੰਦਾ ਉਹਨੂੰ ਮਤਲਬ ਉਹਦਾ ਬੰਡਲ ਬੱਧਾ ਹੁੰਦਾ ਵਾ, ਉਹਦੇ ਲਿੰਕਸ ਦਾ ਉਹਨੂੰ ਖੋਲਣਾ ਵਾ ਤੇ ਰੇਂਜਿੰਗ ਕਰਨੀ ਆ, ਫਿਰ ਮਾਇਰਿੰਗ ਦਾ ਡਿਸਟੈਂਸ ਕਰਨਾ ਵਾ। ਲਓ ਜੀ ਆਪਾਂ ਕੱਲੀ ਕੱਲੀ ਗੱਲ ਕਰਦੇ ਆ। ਲਓ ਜੀ ਫਿਕਸਿੰਗ ਦਾ ਸਟੇਸ਼ਨ ਆਰ ਫਸਟ ਵਾਲ ਮਾਰਕ ਦਾ ਪੈਗ, ਜਿੱਥੇ ਸਟੇਸ਼ਨ ਆਪਾਂ ਮਾਰਕ ਕਰਨੇ ਆ ਉੱਥੇ ਆਪਾਂ ਕਿੱਲੇ ਕੱਢ ਦੇਣੇ ਆ, ਐਂਡ ਰੇਂਜਿੰਗ ਰੋਡ ਉਹਦੇ ਤੇ ਆਪਾਂ ਮਤਲਬ ਤਾਂ ਜੋ ਉੱਥੇ ਵਿਜ਼ੀਬਲ ਹੋਣ, ਇਸ ਤਰ੍ਹਾਂ ਆਪਾਂ ਲਾਉਣੇ। ਤੇ ਅਨਫੋਲਡਿੰਗ ਦਾ ਚੇਨ ਨੂੰ ਕਿੱਦਾਂ ਅਨਫੋਲਡ ਕਰਨਾ ਵਾ, ਇਹ ਵੀ ਇੱਕ ਟੈਕਨੀਕ ਹੁੰਦੀ ਜੀ, ਚੇਨ ਨੂੰ ਖੋਲਣਾ। ਕਿਉਂਕਿ ਜਦੋਂ ਜੇ ਚੇਨ ਤੁਹਾਨੂੰ ਫੋਲਡ ਕਰਨੀ ਨਹੀਂ ਆਉਂਦੀ, ਮੇਰਾ ਖਿਆਲ ਆ ਕਿ ਇੱਕ ਹਫ਼ਤਾ ਪੂਰਾ ਸਾਡੀ ਜਿਹੜੀ ਟ੍ਰੇਨਿੰਗ ਆ ਜੋ ਅਨਫੋਲਡਿੰਗ ਚੇਨ ਹੀ ਆ, ਬੱਚਿਆਂ ਨੂੰ ਕੇਵਲ ਆਪਾਂ ਬਾਹਰ ਚੇਨ ਨੂੰ ਖੋਲਣਾ, ਚੇਨ ਨੂੰ ਬੰਦ ਕਰਨਾ ਸਿਖਾਇਆ ਜਾਂਦਾ। ਕਿਉਂਕਿ ਜੇ ਚੇਨ ਤੁਹਾਨੂੰ ਫੋਲਡ ਤੇ ਅਨਫੋਲਡ ਨਹੀਂ ਕਰਨੀ ਆਉਂਦੀ ਹੋਊਗੀ ਤੇ ਤੁਸੀਂ ਫਿਰ ਕੀ ਕਰੋਗੇ ਵੀ ਚੇਨ ਦਾ ਮਤਲਬ ਗੁੰਝਲ ਪੈ ਜੂਗੀ, ਗੁੱਛਾ ਬਣ ਜੂਗਾ, ਤੁਹਾਡਾ ਕੰਮ ਰੁਕ ਜੂਗਾ। ਸੋ ਚੇਨ ਨੂੰ ਖੋਲਣ ਵਾਸਤੇ ਜਿੱਦਾਂ ਇਹਨੇ ਲਿਖਿਆ ਵਾ ਕਿ open a chain, the strap is unfastened and the two brass handles are held in the left hand and the bunch is thrown forward the right hand. Then the chainman move forward holding the other handle until the chain is completely extended. ਮਤਲਬ ਮੈਂ ਇਹਨੂੰ ਪੰਜਾਬੀ ਸਮਝਾਉਣਾ, ਜਿੰਨਾ ਬੱਚਿਆਂ ਨੇ ਕਈ ਵਾਰੀ ਮੱਛੀਆਂ ਫੜਨ ਵਾਲੇ ਭਾਈਆਂ ਨੂੰ ਵੇਖਿਆ ਹੋਊਗਾ, ਉਹ ਜਾਲ ਨੂੰ ਸੁੱਟਦੇ ਵੇਖਿਆ ਹੋਊਗਾ। ਸੋ ਆਪਾਂ ਕੀ ਕਰਨਾ ਵਾ ਵੀ ਜਿਹੜੀ ਚੇਨ ਆ, ਚੇਨ ਦੇ ਜਿਹੜੇ ਦੋਵੇਂ ਹੈਂਡਲ ਆ ਬਰਾਸ ਦੇ, ਉਹ ਆਪਣੇ ਖੱਬੇ ਹੱਥ 'ਚ ਫੜ ਲੈਣੇ ਆ, ਤੇ ਜਿਹੜੀ ਬਾਕੀ ਚੇਨ ਆ, ਜਿਹੜੇ ਲਿੰਕ ਆ, ਉਹ ਸੱਜੇ ਹੱਥ 'ਚ ਫੜ ਕੇ ਜਿੱਦਾਂ ਜਾਲ ਸੁੱਟਦਾ ਨਾ ਮੱਛੀ ਫੜਨ ਵਾਲਾ ਭਾਈ, ਇਦਾਂ ਆਪਾਂ ਗਰਾਊਂਡ ਤੇ ਖਿਲਾਰਨਾ ਵਾ ਤੇ ਚੇਨ ਇਦਾਂ ਮਤਲਬ ਖਿਲਰ ਜੂਗੀ। ਉਸ ਤੋਂ ਬਾਅਦ ਇੱਕ ਹੈਂਡਲ ਜਿਹੜਾ ਇੱਕ ਬੰਦੇ ਕੋਲ ਰਹਿਣਾ, ਇੱਕ ਦੂਜਾ ਜਿਹੜਾ ਬੰਦਾ ਵਾ ਅਸਿਸਟੈਂਟ, ਉਹਨੇ ਹੈਂਡਲ ਜਿਹੜਾ ਵਾ ਜਿੱਧਰ ਲਾਈਨ ਰੇਂਜ ਕੀਤੀ ਉਧਰ ਲੈ ਜਾਣੀ ਆ, ਉਹਨਾਂ ਚਿਰ ਤੱਕ ਖੋਲੀ ਜਾਣੀ ਆ ਜਿੰਨਾ ਚਿਰ ਤੱਕ ਚੇਨ ਪੂਰੀ ਐਕਸਟੈਂਡ ਨਹੀਂ ਹੁੰਦੀ। ਜੇ 30 ਮੀਟਰ ਦੀ ਚੇਨ ਆ ਤੇ 30 ਮੀਟਰ ਪੂਰੀ ਐਕਸਟੈਂਡ ਹੋ ਗਈ, ਇਟ ਮੀਨਸ ਉਹ ਉੱਥੇ ਰੁਕ ਜੂਗਾ। ਲਓ ਜੀ ਆ ਫਿਕਸਿੰਗ ਸਟੇਸ਼ਨ ਦਾ ਤੁਹਾਨੂੰ ਮੈਂ ਇੱਕ ਫਿਗਰ ਦਿਖਾ ਜੀ ਵੀ ਆਪਾਂ ਕਿੱਦਾਂ ਫਿਕਸ ਕਰਨਾ ਵਾ। ਇਸ ਤੋਂ ਬਾਅਦ ਆ ਚੇਨ ਨੂੰ ਅਨਫੋਲਡ ਕਰਨਾ ਵਾ, ਆ ਦੋ ਹੈਂਡਲ ਹੱਥ 'ਚ ਫੜ ਲੈਣੇ ਆ ਤੇ ਉਹਨੂੰ ਫਿਰ ਆਪਾਂ ਸੱਜੇ ਹੱਥ ਦੇ ਨਾਲ ਉਹਨੂੰ ਸੁੱਟਣਾ ਵਾ। ਇਸ ਤੋਂ ਬਾਅਦ ਰੇਂਜਿੰਗ ਬਾਰੇ ਤੁਹਾਨੂੰ ਆਪਾਂ ਪਿਛਲੇ ਲੈਕਚਰ ਵੀ ਦੱਸਤਾ ਵੀ ਰੇਂਜਿੰਗ ਜਿਹੜੀ ਆ ਉਹ ਨਾਲ ਆਪਾਂ ਅਰੇਂਜ ਕਰਨਾ, ਵੀ ਜਦੋਂ ਚੇਨ ਵਿਛਾ ਰਿਹਾ ਰੇਂਜਿੰਗ ਰੋਡ ਦੇ ਨਾਲ, ਉਹ ਕਹਿਣਾ ਵੀ ਹਾਂ ਇੱਧਰ ਰੇਂਜਿੰਗ ਰੋਡ ਆ, ਉਹ ਮਤਲਬ ਤੁਹਾਨੂੰ ਸਟੇਟ ਬਿਲਕੁਲ ਜਿਹੜੀ ਮਿਣਤੀ ਜਿਹੜੀ ਆ ਬਿਟਵੀਨ 2 ਪੁਆਇੰਟ ਵਿੱਚ ਕਰਨੀ, ਰੇਂਜ ਕਰ ਦਿਓ। ਲੋ ਜੀ ਅਰੇਂਜਿੰਗ ਕੀਤੀ ਆ, ਇਹ ਤੁਸੀਂ ਪਿੱਛੇ ਲੈਕਚਰ ਸਾਰੇ ਪੜ੍ਹੇ ਹੈਗੇ, ਰੇਂਜਿੰਗ ਕਰਨਾ। ਇਸ ਤੋਂ ਬਾਅਦ ਆਪਰੇਸ਼ਨ ਇਨ ਚੇਨ ਸਰਵੇ ਤੋਂ ਮੇਨ ਮਾਇਰਿੰਗ ਜਦੋਂ ਡਿਸਟੈਂਸ ਕਰਨਾ ਵਾ ਤੇ ਦੋ ਬੰਦਿਆਂ ਨੂੰ ਦੀ ਲੋੜ ਹੁੰਦੀ ਆ, 2 ਪਰਸਨ ਆਰ ਰਿਕੁਆਇਰਡ ਟੂ ਆਪਰੇਸ਼ਨ। ਪਹਿਲਾ ਹੋ ਗਿਆ ਲੀਡਰ, ਇੱਕ ਹੋ ਗਿਆ ਫੋਲੋਵਰ। ਮੈਂ ਅੱਗੇ ਵੀ ਐਗਜ਼ਾਮਪਲ ਦਿੱਤੀ ਵੀ ਇੱਕ ਲੀਡ ਕਰੂਗਾ, ਇੱਕ ਉਹਨੂੰ ਫੋਲੋ ਕਰੂਗਾ। ਤੋ ਮਤਲਬ ਜਿੱਦਾਂ ਦਾ ਚੇਨ ਇਜ਼ ਫਾਰਵਰਡ ਐਂਡ ਆਫ ਦਾ ਚੇਨ who drags the chain forward is known as the leader। ਮਤਲਬ ਜਦੋਂ ਤੁਸੀਂ ਮਤਲਬ ਚੇਨ ਦੇ ਦੋਵੇਂ ਹੈਂਡਲ ਜਿਹਨੇ ਬੰਦੇ ਨੇ ਫੜੇ ਸੀਗੇ ਤੇ ਉਹ ਕੀ ਹੋਇਆ ਵੀ ਉਹਨੇ ਸੱਜੇ ਹੱਥ ਨਾਲ ਚੇਨ ਨੂੰ ਜਦੋਂ ਅਨਫੋਲਡ ਕੀਤਾ, ਖਲਾਰਾ ਮਤਲਬ ਸੁੱਟਿਆ, ਤੇ ਇੱਕ ਹੈਂਡਲ ਜਿਹੜਾ ਵਾ ਉਹ ਇੱਕ ਬੰਦਾ ਫੜ ਕੇ ਜਿੱਧਰ ਨੂੰ ਆਪਾਂ ਲਾਈਨ ਰੇਂਜ ਕੀਤੀ ਆ ਉਧਰ ਨੂੰ ਲੈ ਕੇ ਜਾ ਰਿਹਾ ਵਾ। ਜਿਹੜਾ ਬੰਦਾ ਗਾਂ ਨੂੰ ਜਿਹੜਾ ਮਿਹਨਤੀ ਕਰਨੀ ਹੈ ਲੈ ਕੇ ਜਾ ਰਿਹਾ ਵਾ, ਉਹਨੂੰ ਆਪਾਂ ਲੀਡਰ ਕਹਿੰਦੇ ਆ, ਤੇ ਜਿਹੜਾ ਮਗਰਲਾ ਬੰਦਾ ਵਾ ਉਹਨੂੰ ਆਪਾਂ ਫੋਲੋਵਰ ਕਹਿੰਦੇ ਆ। ਲੀਡਰ ਕੋਲ ਐਰੋ ਹੋਣਗੇ, 10 ਐਰੋ ਹੋਣਗੇ ਇੱਕ, ਤੇ ਉਹ ਕੀ ਕਰੂਗਾ ਜਿੱਥੇ ਚੇਨ ਖਤਮ ਹੋ ਜੂਗੀ ਉੱਥੇ ਐਰੋ ਗੱਡ ਦੂਗਾ। ਉਸ ਤੋਂ ਬਾਅਦ ਉਹ ਫਿਰ ਚੇਨ ਵਾਲਾ ਜਿਹੜਾ ਬੰਦਾ ਪਿੱਛੇ ਵਾਲਾ ਵਾ ਉਹ ਮਤਲਬ ਉਹਨੂੰ ਛੱਡ ਦੂਗਾ, ਲੂਜ਼ ਕਰ ਦੂਗਾ ਤੇ ਅੱਗੇ ਅੱਗੇ ਜਾਈ ਜਾਊਗਾ, ਤੇ ਜਿੱਥੇ ਫਿਰ ਚੇਨ ਖਤਮ ਹੋ ਗਈ ਉੱਥੇ ਫਿਰ ਐਰੋ ਕੱਢ ਦੂਗਾ। ਤੇ ਜਿਹੜਾ ਪਿੱਛੇ ਫੋਲੋਵਰ ਆ ਉਹ ਕੀ ਕਰੂਗਾ ਵੀ ਜਿਹੜੇ ਐਰੋ ਆ ਨਾ ਉਹਨੂੰ ਫੜ ਹੀ ਜਾਊਗਾ, ਜੇ ਇੱਕ ਫੜ ਲਿਆ, 2 ਫੜ ਲਏ, 3 ਫੜ ਲਏ, ਏਦਾਂ ਮਤਲਬ ਜੇ 3 ਉਹਨੇ ਐਰੋ ਫੜ ਲਏ ਇਟ ਮੀਨਸ 3 ਚੇਨਾਂ ਦੀ ਮਿਣਤੀ ਹੋ ਗਈ ਆ। ਠੀਕ ਹੈ। ਸੋ ਚੇਨ at the rear end of the chain who hold the zero end the chain at the station is known as follower। ਜਿਹੜਾ ਮਤਲਬ ਸਟਾਰਟਿੰਗ ਪੁਆਇੰਟ ਤੇ ਆ, ਜ਼ੀਰੋ ਐਂਡ ਤੇ ਆ, ਉਹਨੂੰ ਆਪਾਂ ਫੋਲੋਵਰ ਕਵਾਂਗੇ। ਠੀਕ ਹੈ ਜੀ।
लो जी आ देखो लैवल ग्राउंड आ रेंजिंग रोड ए तो बी तक हम मिनती करनी आ। पहली चेन खत्म हो गई A1 ते फिर A2 ते खत्म हो गई। इस तरह मतलब जेड़ा ए ते बंदा खलोता ना वो तुहाडा फॉलोवर आ ते जेड़ा A1 ते खलोता वा वो मतलब तुहाडा लीडर आ। लो जी आ फोल्डिंग ऑफ चेन हुण आ चेन नू फोल्ड करन दा भी एक तरीका हैगा जी अनफोल्डिंग ते फोल्डिंग। हुण चेन नू फोल्ड किदां करना fold to fold the chain a chain man should move forward the pulling the chain at the middle। ਤੁਸੀਂ ਹੁਣ ਮਤਲਬ ਮੈਂ ਇਹਨੂੰ ਤੁਹਾਨੂੰ ਨਾ ਥੋੜਾ ਸਿੰਪਲ ਸਮਝਾਉਣ ਵਾਸਤੇ ਪਤਾ ਕੀ ਕਰਾਂਗਾ ਕਿ ਆਪਾਂ ਜਦੋਂ ਕਈ ਵਾਰੀ ਘਰ ਵੱਡੀ ਚਾਦਰ ਹੁੰਦੀ ਆ ਜਾਂ ਕਈ ਵਾਰੀ ਪੱਗ ਹੁੰਦੀ ਆ ਤੇ ਉਹ ਆਪਾਂ ਚਾਦਰ ਜਿਹੜੀ ਆ ਉਹਨੂੰ ਆਪਾਂ ਫੋਲਡ ਕਰਦੇ ਆ। ਉਹ ਕੀ ਕਰਦੇ ਆ ਆਪਾਂ ਮਤਲਬ ਦੋਵੇਂ ਕਿਨਾਰੇ ਨੂੰ ਮਿਲਾ ਕੇ ਦੇ ਵਿਚਕਾਰੋਂ ਅੱਧ ਚ ਲੈ ਆਉਂਦੇ ਮਿਡਲ ਚ। ਸੋ ਇਸੇ ਤਰ੍ਹਾਂ ਆਪਾਂ ਕੀ ਕਰਦੇ ਆ ਆਪਾਂ ਮਤਲਬ ਕੀ ਕਰਦੇ ਆ ਕਿ ਮਤਲਬ ਜਿਹੜੀ ਚੇਨ ਆ ਉਹ ਮਿਡਲ ਐਂਡ ਤੇ ਜਦੋਂ ਚੇਨ ਸ਼ੁੱਡ ਬੀ ਮੂਵ ਫਾਰਵਰਡ ਪੁਲਿੰਗ ਦਾ ਚੇਨ ਐਟ ਮਿਡਲ ਤੇ ਦੈਨ ਟੂ ਹਾਫ ਜਿਹੜੇ ਉਹਨੂੰ ਦੋ ਅੱਧ ਕਰਤੇ ਇੱਕ ਸਾਈਡ ਤੇ ਇੱਕ ਦੂਜੀ ਸਾਈਡ ਤੇ ਦੋਵੇਂ ਹੈਂਡਲ ਆਪਾਂ ਫੜ ਲਏ। ਉਸ ਤੋਂ ਬਾਅਦ ਉਹ ਫਿਰ ਜਿਹੜੇ ਲਿੰਕ ਆ ਇਕੱਠੇ ਕਰੀ ਜਾਊਗਾ ਤੇ ਉਹ ਫਿਰ ਅਖੀਰ ਤੇ ਮਿਲਣਗੇ ਤੇ ਉਹਨੂੰ ਆਪਾਂ ਫਿਰ ਸਟੈਪ ਲਾ ਦਾਂਗੇ ਉਹਨੂੰ ਆਪਾਂ ਫਿਰ ਕੱਸ ਕੇ ਬੰਨ ਦਿੰਦੇ ਆ। ਇਸ ਤਰ੍ਹਾਂ ਫਿਰ ਆਪਾਂ ਮਤਲਬ ਜਿਹੜੀ ਚੇਨ ਆ ਉਹਨੂੰ ਫੋਲਡ ਕਰ ਲਾਂਗੇ। ਇਹ ਦੇਖੋ ਚੇਨ ਨੂੰ ਫੋਲਡ ਕੀਤਾ ਹੈਗਾ। ਇਸ ਤੋਂ ਬਾਅਦ ਆਪਰੇਸ਼ਨ ਇਨ ਚੇਨ ਸਰਵੇ ਡਾਇਰੈਕਟ ਮੈਥਡ ਇਹ ਮੈਂ ਚੀਜ਼ ਦੱਸੀ ਆ ਵੀ ਜਦੋਂ ਪਹਾੜਾਂ ਦੇ ਵਿੱਚ ਜੇਕਰ ਤੁਸੀਂ ਮਿਣਤੀ ਕਰਨੀ ਆ ਸਲੋਪਿੰਗ ਗਰਾਊਂਡ ਆ ਉੱਥੇ ਕਿੱਦਾਂ ਕਰੋਗੇ। ਇਹਦੇ ਵਿੱਚ ਤੁਸੀਂ ਮਤਲਬ ਆਹ ਫਿਗਰ ਤੋਂ ਕਲੀਅਰ ਕਰ ਜਾਓਗੇ ਕਿ ਜਿੱਦਾਂ ਮਤਲਬ ਆ ਸਲੋਪਿੰਗ ਗਰਾਊਂਡ ਆ ਤੇ ਆਪਾਂ ਕੀ ਕਰਾਂਗੇ ਪਹਿਲਾਂ L1 ਲੈ ਲਿਆ ਉੱਥੋਂ ਥੱਲੇ ਫਿਰ ਆਪਾਂ ਪਲੰਬਰ ਸੁੱਟਤੀ ਫਿਰ L2 ਦੀ ਮਿਣਤੀ ਕਰ ਲਈ। ਇਹਦਾ ਮਤਲਬ ਸਾਰੀ ਜਿਹੜੀ ਮਿਣਤੀ D ਦੀ ਆ ਉਹ L1 ਪਲੱਸ L2 ਪਲੱਸ L3 ਪਲੱਸ L4 ਪਲੱਸ L5 ਹੋਊਗਾ। ਸੋ ਇਸ ਤਰ੍ਹਾਂ ਫਿਰ ਸਾਡੀ ਪਹਾੜ ਦੀ ਸਾਰੀ ਜਿਹੜੀ ਮਿਣਤੀ ਆ ਉਹ ਨਿਕਲ ਜੂਗੀ। ਜਿਸ ਤਰ੍ਹਾਂ ਤੁਸੀਂ ਪਿੱਛੇ ਵੇਖਿਆ D equal to L1 plus L2 plus L3 so on so Ln ਜਿੰਨੇ ਵੀ ਆਪਾਂ ਲੈ ਸਕਦੇ। ਲੋ ਜੀ ਆ ਵੇਖੋ ਚੇਨਿੰਗ ਆਪਰੇਸ਼ਨ ਕਰਦੇ ਪਏ ਆ ਲੰਬ ਬੋਬ ਆ ਤੁਸੀਂ ਵੇਖ ਰਹੇ ਆ। ਇਹ ਦੇਖੋ ਚੇਨ ਦੀ ਮਿਣਤੀ ਚੇਨ ਤੋਂ ਆਫਸੈਟ ਲੈਂਦੇ ਪਏ ਆ। ਸੋ ਅੱਗੇ ਆ ਗਿਆ ਆਫਸੈਟ। ਹੁਣ ਆਫਸੈਟ ਕੀ ਚੀਜ਼ ਹੈਗੀ ਆ ਲੇਟਰਲ ਮੇਜਰਮੈਂਟ ਆਫ ਚੇਨ ਲਾਈਨ ਤੋਂ ਆਪਾਂ ਲੇਟਰਲ ਮੇਜਰਮੈਂਟਸ ਲੈਣੀ ਆ। ਲੇਟਰਲ ਦਾ ਮਤਲਬ ਹੁੰਦਾ ਵਾ ਜਿਹੜੀ ਚੇਨ ਲਾਈਨ ਤੋਂ ਰਾਈਟ ਐਂਗਲ ਤੇ ਮੋਸਟਲੀ ਜਿਹੜੀਆਂ ਡਾਈਮੈਂਸ਼ਨਸ ਲੈਣੇ। ਗਰਾਊਂਡ ਫੀਚਰਸ ਆਰ ਨੋਨ ਐਜ਼ ਆਫਸੈਟ ਫॉर ਦਿਸ ਪਰਪਸ ਪਰਪੈਂਡੀਕੂਲਰ ਤੇ ਓਬਲੀਕ ਆਫਸੈਟ ਲੈ ਜਾਂਦੇ ਆ। ਸੋ ਇਫ ਆਬਜੈਕਟ ਇਜ਼ ਲੋਕੇਟ ਜਿੱਦਾਂ ਕੋਈ ਰੋਡ ਆ ਇਸ ਕਰਵ ਜੇ ਮਤਲਬ ਕੋਈ ਰੋਡ ਗੁਲਾਈ ਚ ਆ ਤੇ ਉਹਦੇ ਵਿੱਚ ਮੋਰ ਨੰਬਰ ਆਫ ਆਫਸੈਟ ਲੈ ਜਾਂਦੇ ਆ ਕਿਉਂਕਿ ਗੁਲਾਈ ਨੂੰ ਮਾਰਕ ਕਰਨਾ ਵਾ। ਜਦੋਂ ਵੀ ਗੁਲਾਈ ਨੂੰ ਮਾਰਕ ਕਰਨਾ ਵਾ ਸੋ ਜਦੋਂ ਅਸੀਂ ਪ੍ਰੈਕਟੀਕਲੀ ਕੰਮ ਕਰਦੇ ਹੁੰਦੇ ਸੀਗੇ ਤੇ ਸਾਨੂੰ ਕਿਹਾ ਜਾਂਦਾ ਕਿ ਘੱਟੋ ਘੱਟ ਉਹਦੇ 3 ਆਫਸੈਟ ਜ਼ਰੂਰ ਲੈਣੇ ਗੁਲਾਈ ਦੇ ਵਿੱਚ। ਠੀਕ ਹੈ। ਸੋ ਫॉर ਮਾਇਰਿੰਗ ਆਫਸੈਟ ਟੇਪਸ ਦੇ ਨਾਲ ਆਪਾਂ ਲੈਂਦੇ ਆ। ਕਾਮਨਲੀ ਆਪਾਂ ਮਾਇਰਿੰਗ ਟੇਪ ਨੂੰ ਯੂਜ਼ ਕੀਤਾ ਜਾਂਦਾ ਵਾ। ਇਹ ਦੇਖੋ ਪਰਪੈਂਡੀਕੂਲਰ ਆਫਸੈਟ ਆ ਇੱਕ ਬਿਲਡਿੰਗ ਆ ਚੇਨ ਲਾਈਨ ਵਿਛੀ ਆ ਉੱਤੇ ਰਾਈਟ ਐਂਗਲ ਤੇ ਬਿਲਕੁਲ 90 ਡਿਗਰੀ ਤੇ ਜਿਹੜੇ ਆਫਸੈਟ ਲੈ ਜਾਂਦੇ ਆ that is perpendicular offset। ਇਸ ਤੋਂ ਬਾਅਦ ਦੇਖੋ ਆ ਇੱਕ ਲਾਈਨ ਆ ਉੱਤੇ perpendicular offset ਆ ਤੇ ਆ ਵੇਖੋ ਤੁਸੀਂ ਵੇਖਦੇ ਪਏ oblique offset ਆ ਮਤਲਬ ਇੱਕ ਬਿਲਡਿੰਗ ਦਾ ਕਿਨਾਰਾ ਚੇਨ ਦੇ ਦੋ ਹਿੱਸਿਆਂ ਤੋਂ ਲਿਆ ਗਿਆ ਮਤਲਬ ਚੇਨ ਤੇ ਦੋ ਪੁਆਇੰਟਾਂ ਤੋਂ ਲਿਆ ਗਿਆ ਉਹ ਰਾਈਟ ਐਂਗਲ 'ਚ ਨਹੀਂ ਆ ਉਹਨੂੰ ਆਪਾਂ oblique offset ਕਹਿੰਦੇ ਆ। ਆ ਦੇਖੋ ਗੁਲਾਈ ਆ ਗੁਲਾਈ ਦੇ ਵਿੱਚ ਵੇਖੋ offset ਲਏ ਹੈਗੇ ਤੁਸੀਂ ਫਿਗਰ ਵੇਖਦੇ ਪਏ B। ਲਓ ਜੀ ਇਸ ਤੋਂ ਬਾਅਦ ਆਫਸੈਟ ਆਪਾਂ ਜਿਹੜਾ ਪਰਪੈਂਡੀਕੂਲਰ ਆਫਸੈਟ ਆ ਉਹ ਲੈਂਦੇ ਕਿੱਦਾਂ ਵਾ ਮਤਲਬ ਰਾਈਟ ਐਂਗਲ ਤੇ ਗੁਣੀਆਂ ਦੇ ਵਿੱਚ ਬਿਲਕੁਲ ਹੋਵੇ ਉਹ ਆਪਾਂ ਸਵਿੰਗਿੰਗ ਕਰਕੇ ਲੈ ਸਕਦੇ ਆ ਯੂਜ਼ਿੰਗ ਕ੍ਰਾਸ ਸਟਾਫ ਲੈ ਸਕਦੇ ਆ ਯੂਜ਼ਿੰਗ ਆਪਸ਼ਨਲ ਪ੍ਰਿਜ਼ਮ ਸਕੇਅਰ ਦੇ ਨਾਲ ਲੈ ਸਕਦੇ ਆ। ਤੋ ਸਵਿੰਗਿੰਗ ਮੈਨੇ ਕੀ ਆ ਤੁਸੀਂ ਪਿਕਚਰ ਤੋਂ ਕਲੀਅਰ ਕਰ ਦਿਓਗੇ ਸਵਿੰਗਿੰਗ ਦਾ ਮਤਲਬ ਕੀ ਆ। ਦੇਖੋ perpendicular offset chain is stretched along the survey line and the assistants hold the end of tape on the object. So surveyor swing the tape on chain line and select the point on the chain where offset distance is the least। मतलब
जिस तरह मतलब मैं अपनी गल करदा वां भी गौरमेंट ITI ऐसी फतेहगढ़ चूड़ियां दे विच साडे मतलब साथी जगजीत सिंह जी जो चेन सर्वे कराउंदे आ ते वो मतलब कहंदे आ भी चेन जिहड़ी लाइन आ जिहड़ी आपां चेन जिथे विछाई आ उत्तों जदों ऑब्जेक्ट लैना वा ते आपां मायरिंग टेप दे नाल उहनूं मिलना वा किनारे नूं ते उहनूं फीते नूं खब्बे सज्जे घुमाउणा वा स्विंग करना वा स्विंग मैंने खब्बे सज्जे करना वा ते जिथे घट तो घट डिस्टेंस आवे वो तुहाडा राइट एंगल होगा। तो एंड नोट chain reading as well as offset reading in the field book need sketch of the object। ठीक है ਤੇ ਆਪਾਂ ਫਿਰ ਉਹਦਾ ਫੀਲਡ ਬੁੱਕ ਤੇ ਮਾਰਕ ਕਰਨਾ ਵਾ ਵੀ ਕਿੰਨਾ ਪਰਪੈਂਡੀਕੂਲਰ ਆਫਸੈਟ ਆਇਆ। ਆ ਦੇਖੋ ਤੁਸੀਂ ਫਿਗਰ ਦੇਖੋ ਇਹ ਮਤਲਬ ਆਫਸੈਟ ਆ ਪਰਪੈਂਡੀਕੂਲਰ ਵੇਖੋ ਹੁਣ ਸਵਿੰਗ ਕਰਦਾ ਪਿਆ ਜਿੱਥੇ ਹੁਣ ਵੇਖੋ ਜਦੋਂ ਉਹਨੂੰ ਘੁਮਾਊਗਾ ਫੀਤੇ ਨੂੰ ਖੱਬੇ ਸੱਜੇ ਕਰੂਗਾ ਫਾਇਰਿੰਗ ਟੇਪ ਨੂੰ ਤੇ ਜਿੱਥੇ ਘੱਟ ਤੋਂ ਘੱਟ ਡਿਸਟੈਂਸ ਆਊਗਾ ਸਭ ਤੋਂ ਘੱਟ ਡਿਸਟੈਂਸ ਬਿਲਕੁਲ ਸਿੱਧਾ ਹੋਊਗਾ ਤੇ ਸਭ ਤੋਂ ਸਿੱਧਾ ਜਿਹੜਾ ਡਿਸਟੈਂਸ ਆ ਉਹ 90 ਡਿਗਰੀ ਹੋਊਗਾ ਤੇ 90 ਡਿਗਰੀ ਨੂੰ ਆਪਾਂ ਪਰਪੈਂਡੀਕੂਲਰ ਕਹਿੰਦੇ ਆ। ਸੋ ਆ ਤੁਹਾਡਾ ਮਤਲਬ ਪਰਪੈਂਡੀਕੂਲਰ ਜਿਹੜਾ ਆਫਸੈਟ ਜਿੱਦਾਂ ਆਪਾਂ ਲੈ ਲਾਂਗੇ। ਆ ਦੇਖੋ ਕੁਝ ਸਰਵੇਅਰ ਜਿੱਦਾਂ ਸਾਡੇ ਹੁਣ ਗਵਰਨਮੈਂਟ ITI ਪਟਿਆਲਾ ਦੇ ਵਿੱਚ ਸਰਵੇ ਟ੍ਰੇਡ ਚੱਲਦੀ ਆ ਉੱਥੇ ਸਾਡੇ ਰਿਸਪੈਕਟਡ ਨਾਸਵੜੀ ਸਰ ਹਰੀਸ਼ ਸਰ ਨੇ ਉਹ ਵੀ ਇਸੇ ਤਰ੍ਹਾਂ ਹੀ ਮਤਲਬ ਬੱਚਿਆਂ ਨੂੰ ਆਫਸੈਟਸ ਲੈਂਦੇ ਆ। ਸੋ ਆ ਦੇਖੋ ਜਿਹੜੇ ਆ ਪਰਪੈਂਡੀਕੂਲਰ ਆਫਸੈਟ ਹੋਰ ਵੀ ਜਿਹੜੀ ਟ੍ਰੇਡਾਂ ਡਰਾਫਟਸਮੈਨ ਸਿਵਲ ਆ ਉਹਨਾਂ ਦੇ ਵਿੱਚ ਜਦੋਂ ਚੇਨ ਸਰਵੇ ਕਰਾਇਆ ਜਾਂਦਾ ਸੋ ਇਸ ਤਰ੍ਹਾਂ ਬੱਚਿਆਂ ਨੂੰ ਯਾਦ ਆਊਗਾ ਵੀ ਤੁਹਾਡੇ ਇੰਸਟਰਕਟਰ ਸਾਹਿਬ ਨੇ ਕਿਹਾ ਹੋਊਗਾ ਕਿ ਮਤਲਬ ਜਦੋਂ ਚੇਨ ਵਿਛਾਉਣੀ ਆ ਤੇ ਜਿਹੜੀ ਘੱਟ ਤੋਂ ਘੱਟ ਡਿਸਟੈਂਸ ਆ ਆਪਣੇ ਮਾਇਰਿੰਗ ਟੇਪ ਨੂੰ ਘੁਮਾਉਣਾ ਵਾ ਸਵਿੰਗ ਕਰਨਾ ਵਾ ਤੇ ਉਹ ਜਿਹੜਾ ਸਿਸਟਮ ਹੋ ਗਿਆ ਸਵਿੰਗਿੰਗ ਦੇ ਨਾਲ ਆਪਾਂ ਪਰਪੈਂਡੀਕੂਲਰ ਆਫਸੈਟ ਲੈਂਦੇ ਆ। ਲਓ ਜੀ ਆ ਕੁਝ ਕ੍ਰਾਸ ਸਟਾਫ ਹੁੰਦੇ ਨੇ ਲੱਕੜ ਦੇ ਵੀ ਹੁੰਦੇ ਆ ਫ੍ਰੈਂਚ ਕ੍ਰਾਸ ਸਟਾਫ ਹੁੰਦਾ ਮੈਟਲ ਕ੍ਰਾਸ ਸਟਾਫ ਆ ਤੁਸੀਂ ਲੱਕੜ ਵਾਲਾ ਮੈਟਲ ਵਾਲਾ ਦੇਖਦੇ ਪਏ ਆ ਇਹਦੇ ਵਿੱਚ ਇੱਕ ਬੰਨੇ ਸਿਲਟ ਹੁੰਦੀ ਆ ਇੱਕ ਬੰਨੇ ਕ੍ਰਾਸ ਸਟਾਫ ਹੁੰਦਾ ਵਾ ਤੇ ਉਹ ਆਪਾਂ ਸਾਈਟ ਕਰਦੇ ਆ ਤੇ ਉਹ ਰਾਈਟ ਐਂਗਲ 'ਚ ਹੁੰਦੇ ਆ ਦੋਵੇਂ ਚੌਰਸ ਹੁੰਦੇ ਨੇ ਤੇ ਆਪਾਂ ਦੋਵੇਂ ਲਾਈਨਾਂ ਨੂੰ ਰਾਈਟ ਐਂਗਲ 'ਚ ਮਤਲਬ ਬਣਾ ਸਕਦੇ ਆ। ਮਤਲਬ ਜਿੱਦਾਂ ਕੋਈ ਵੀ ਪਲਾਟ ਆ ਜਾਂ ਕੋਈ ਵੀ ਜਿਹੜਾ ਸਾਡਾ ਮਾਇਰਿੰਗ ਹੈਗਾ ਵਾ ਆਪਾਂ ਜੇ ਬਿਲਕੁਲ ਰਾਈਟ ਐਂਗਲ 'ਤੇ ਲੈਣਾ ਵਾ ਰਾਈਟ ਐਂਗਲ ਦਾ ਮਤਲਬ ਗੁਣੀਏ ਦੇ ਵਿੱਚ ਲੈਣਾ ਵਾ ਤੇ ਆਪਾਂ ਇਹ ਚੀਜ਼ਾਂ ਯੂਜ਼ ਕਰਦੇ ਆ ਪ੍ਰੈਕਟੀਕਲੀ। ਆ ਦੇਖੋ ਆ ਪ੍ਰਿਜ਼ਮ ਸਕੇਅਰ ਹੈਗਾ ਵਾ ਇਹਦੇ ਵਿੱਚ 45 ਡਿਗਰੀ ਐਂਗਲ ਬਣਦੇ ਆ ਤੇ ਜਦੋਂ ਉਧਰੋਂ ਵੀ 45 ਬਣਦਾ ਦੂਜੇ ਬੰਨੇ 45 ਬਣਦਾ 45 ਤੇ 45 90 ਬਣ ਜਾਂਦਾ ਤੇ ਫਿਰ ਰਾਈਟ ਐਂਗਲ ਤੇ ਉਹ ਫਿਰ ਜਿਹੜੀ ਆਬਜੈਕਟ ਸਾਡਾ ਸ਼ੋ ਹੁੰਦਾ। ਇਸ ਤੋਂ ਬਾਅਦ ਆਪਟੀਕਲ ਸਕੇਅਰ ਆ ਪ੍ਰਿਜ਼ਮ ਸਕੇਅਰ ਆ ਇਹ ਸਾਰੇ ਤੁਸੀਂ ITI 'ਚ ਸਾਰੇ ਸਿਖਿਆਰਥੀਆਂ ਨੇ ਦੇਖੇ ਹੋਣਗੇ ਇਹਨਾਂ ਤੇ ਕੰਮ ਕੀਤਾ ਹੋਊਗਾ। ਇਹਦੇ ਥੱਲੇ ਮਤਲਬ ਥੋੜਾ ਹੋਲ ਦਿੱਤਾ ਵਾ ਹੋਲ ਦੇ ਵਿੱਚ ਪਲਮ ਬੌਬ ਲਮਕਾਈ ਜਾਂਦੀ ਆ ਕਿਉਂਕਿ ਆਪਾਂ ਆਪਣੇ ਪੋਜੀਸ਼ਨ ਨੂੰ ਵਰਟੀਕਲੀ ਹੈਲਡ ਕਰਨਾ ਵਾ ਚੇਨ ਲਾਈਨ ਦੇ ਉੱਪਰ। ਆ ਜਿਹੜਾ ਮੈਥਡ ਆ ਨਾ 3 4 5 ਮੈਥਡ ਇਹ ਜਿਹੜੇ ਸਾਡੇ ਮਿਸਤਰੀ ਆ ਜਾਂ ਜਿਹੜੇ ਪ੍ਰੈਕਟੀਕਲ ਆ ਜਦੋਂ ਸਾਡੇ ਕੋਲ ਪ੍ਰਿਜ਼ਮ ਨਹੀਂ ਹੈਗਾ ਤੇ ਉੱਥੇ 3 4 5 ਮੈਥਡ ਹੈਗਾ। ਇਹ ਮਤਲਬ ਆਮ ਤੁਸੀਂ ਜਿੰਨੇ ਵੀ ਵਰਕਮੈਨ ਕਰਦੇ ਆ ਉਹਨਾਂ ਕੋਲ ਸੁਣਿਆ ਹੋਊਗਾ 3 4 5 ਮੈਥਡ ਕੀ ਹੈਗਾ ਵਾ ਕਿਉਂਕਿ ਇਹ ਪਾਈਥਾਗੋਰੀਅਨ ਟ੍ਰਿਪਲਟ ਆ ਮਤਲਬ ਇੱਕ ਪਾਈਥਾਗੋਰਸ ਥਿਊਰਮ ਦੇ ਨਾਲ ਪਾਈਥਾਗੋਰੀਅਨ ਟ੍ਰਿਗੁੱਟ ਆ ਟ੍ਰਿਗੁੱਟ ਦਾ ਮਤਲਬ ਹੋ ਗਿਆ 3 ਚੀਜ਼ਾਂ ਵਾ ਤੇ ਇਹ ਇਦਾਂ ਵਾ ਵੀ ਜੇਕਰ ਵੱਡੇ ਚੀਜ਼ ਦਾ ਸਕੇਅਰ ਬਾਕੀ ਦੋਵਾਂ ਮਤਲਬ ਸਾਈਡਾਂ ਦੇ ਸਕੇਅਰ ਦੇ ਜੋੜ ਦੇ ਬਰਾਬਰ ਹੋ ਜੇ ਜਿੱਦਾਂ ਤੁਸੀਂ 3 4 5 ਵੇਖਦੇ ਪਏ ਆ ਤੇ 3 ਤੇ 9 ਹੁੰਦਾ 4 ਚੌਕੇ 16 ਹੁੰਦਾ ਦੋਵੇਂ ਛੋਟੇ ਆ 16 ਤੇ 9 ਕਿੰਨੇ ਹੁੰਦੇ 25 ਤੇ 5 ਵੱਡਾ ਵਾ 5 5 25 ਇਹਦਾ ਮਤਲਬ ਜੇ ਇੱਕ ਆਪਾਂ 3 ਸਾਈਡਾਂ ਲੈਂਦੇ ਆ ਇੱਕ ਟ੍ਰਾਇੰਗਲ ਦੀਆਂ ਜਿਹਦੀਆਂ ਵੱਡੀ ਸਾਈਡ ਦਾ ਸਕੇਅਰ ਬਾਕੀ ਦੋਵਾਂ ਸਾਈਡਾਂ ਦੇ ਸਕੇਅਰ ਦੇ ਜੋੜ ਦੇ ਬਰਾਬਰ ਹੋਊਗਾ ਤੇ ਉਹ ਜਿਹੜੀ ਟ੍ਰਾਇੰਗਲ ਆ ਰਾਈਟ ਐਂਗਲ ਹੋਊਗੀ ਉਹ ਮਤਲਬ 90 ਡਿਗਰੀ ਉਹਦਾ ਐਂਗਲ ਬਣੂਗਾ ਜਿਹੜਾ ਵੱਡੀ ਸਾਈਡ ਦੇ ਬਿਲਕੁਲ ਆਪੋਜ਼ਿਟ। ਸੋ AB ਚੇਨ ਰਿਕੁਆਇਰਡ ਟੂ ਕਰੈਕਟ ਪਰਪੈਂਡੀਕੂਲਰ C ਆਪਾਂ ਐਸਟੈਬਲਿਸ਼ ਪੁਆਇੰਟ ਕਰਦੇ ਹਾਂ D 3 ਮੀਟਰ ਤੇ ਤੁਸੀਂ ਆਹ ਫਿਗਰ ਨੂੰ ਵੇਖ ਕੇ ਕਲੀਅਰ ਕਰ ਜਾਓਗੇ। ਆਹ ਦੇਖੋ ਹਾਂਜੀ ਇਹਦੇ ਵਿੱਚ ਵੇਖੋ ਆਪਾਂ D ਪੁਆਇੰਟ ਲਿਆ 3 ਮੀਟਰ ਦੂਰ ਫਿਰ ਆਪਾਂ 4 ਮੀਟਰ ਲਿਆ E ਫਿਰ ਆਪਾਂ 5 ਮੀਟਰ ਲਿਆ। ਮੇਰਾ ਖਿਆਲ ਆ ਕਿ ਜਦੋਂ ਆਪਾਂ ਸਾਰੇ ਇੰਸਟਰਕਟਰ ਸਾਹਿਬਾਨ ਪ੍ਰੈਕਟੀਕਲ ਕਰਾਉਂਦੇ ਨੇ
ਤੇ ਮੈਂ ਮੇਰੇ ਸਟੂਡੈਂਟਸ ਵੀ ਬੈਠੇ ਆ, ਉਹਨਾਂ ਨੂੰ ਯਾਦ ਆ ਗਿਆ ਹੋਣਾ ਕਿ ਲਾਉਣ ਦੇ ਵਿੱਚ ਜਦੋਂ ਆਪਾਂ ਪ੍ਰੈਕਟੀਕਲ ਕੀਤਾ ਸੀਗਾ ਤੇ ਆਪਾਂ ਕਿਹਾ ਸੀਗਾ ਵੀ ਬੇਟਾ 12 ਮੀਟਰ ਤੁਸੀਂ ਮਾਇਰਿੰਗ ਟੇਪ ਨੂੰ ਖੋਲਣਾ ਵਾ, ਤੋਂ ਪਹਿਲੇ ਰੇਂਜਿੰਗ ਰੋਡ ਤੋਂ ਲੈ ਕੇ 3 ਤੇ ਫਿਰ 7 ਤੇ ਜਿਹੜਾ 12 ਵਾਲਾ ਵਾ ਉਹ ਲਾਸਟ ਵਾਲਾ ਪੁਆਇੰਟ ਤੁਹਾਡਾ ਮਿਲਣਾ ਚਾਹੀਦਾ ਵਾ। ਜੇ ਨਹੀਂ ਮਿਲਦਾ ਤੇ ਆਪਾਂ ਵਿਚਕਾਰ ਵਾਲੇ ਰੇਂਜਿੰਗ ਨੂੰ ਅੱਗੇ ਪਿੱਛੇ ਕਰਨਾ ਵਾ ਤਾਂ ਜੋ ਇਹ ਬਿਲਕੁਲ ਨਾਲ ਮਿਲ ਜਾਏ। ਜਦੋਂ ਮਿਲ ਜੂਗਾ ਇਟ ਮੀਨਸ ਉਹ ਦੋਵੇਂ ਜਿਹੜੇ ਡਾਇਰੈਕਸ਼ਨਾਂ ਵਾ, ਜਿੱਦਾਂ ਹੁਣ ਡੀ ਤੇ ਬੀ ਵਾਲੀ, ਇਧਰੋਂ ਈ ਤੇ ਬੀ ਵਾਲੀ ਜਿਹੜੀ ਆ, ਇਹ ਐਂਗਲ ਸੀ ਜਿਹੜਾ ਵਾ ਫਿਰ 90 ਡਿਗਰੀ ਸ਼ੋ ਹੋਊਗਾ। ਸੋ ਇਹਨੂੰ 3 4 5 ਮੈਥਡ ਆ। ਇਹ ਮੋਸਟਲੀ ਜਦੋਂ ਆਪਾਂ ਜਿੰਨੇ ਵੀ ਡਰਾਫਟਸਮੈਨ ਵਾਲੇ ਜਿਹੜੇ ਆ, ਡਰਾਫਟਸਮੈਨ ਟ੍ਰੇਡ ਦੇ ਸਟੂਡੈਂਟਸ ਆ ਜਾਂ ਜਿੰਨੇ ਵੀ ਆਰਕੀਟੈਕਟਸ ਨੇ, ਜਦੋਂ ਵੀ ਇਹ ਲੇਆਊਟ ਕਰਦੇ ਆ, ਇਹ ਸ਼ਬਦ ਆ ਗਿਆ ਲੇਆਊਟ, ਜਦੋਂ ਵੀ ਆਪਾਂ ਮਤਲਬ ਜਿਹੜਾ ਮੈਪ ਤਿਆਰ ਕੀਤਾ ਵਾ ਉਹਨੂੰ ਗਰਾਊਂਡ ਤੇ ਮਾਰਕ ਕਰਾਉਂਦੇ ਆ ਤੇ ਇਸ ਫਾਰਮੂਲੇ ਨੂੰ ਯੂਜ਼ ਕਰਦੇ ਆ। 90% ਜਿਹੜੇ ਆ ਉਹ ਆਰਕੀਟੈਕਟ ਜਾਂ ਜਿਹੜੇ ਫੋਰਮੈਨ ਆ ਜਾਂ ਮਿਸਤਰੀ ਆ। ਤੁਹਾਨੂੰ ਪਤਾ ਮਿਸਤਰੀਆਂ ਦੇ ਕੋਲੋਂ ਇੱਕ ਲੱਕੜ ਜਿਹਦਾ ਮਤਲਬ ਕਈ ਜਿਹੜੇ ਹੁਣ ਡਰਾਫਟਸਮੈਨ ਦੇ ਜਾਂ ਸਿਵਲ ਇੰਜੀਨੀਅਰਿੰਗ ਦੇ ਸਟੂਡੈਂਟਸ ਆ ਜਾਂ ਸਰਵੇਅਰ ਵਾਲੇ ਵੀ ਕਹਿ ਸਕਦੇ, ਜਿਹੜੇ ਬੱਚੇ ਮਤਲਬ ਧਿਆਨ ਨਹੀਂ ਦਿੰਦੇ, ਉਹ ਫਿਰ ਕਹਿੰਦੇ ਯਾਰ ਮਿਸਤਰੀਆਂ ਕੋਲ ਲੱਕੜ ਦਾ ਏ ਹੁੰਦਾ, ਏ ਨਹੀਂ ਹੁੰਦਾ, ਉਹ ਉਹਨਾਂ ਦਾ ਮੈਸਨ ਟਰਾਈ ਸਕੁਏਅਰ ਆ। ਮਤਲਬ ਉਹ ਕੀ ਚੀਜ਼ ਹੈਗੀ ਆ, ਇਸੇ ਤਰ੍ਹਾਂ ਇੱਕ ਬੰਨੇ 3 ਹੋਊਗੀ, ਇੱਕ ਬੰਨੇ 4 ਹੋਊਗੀ, ਇੱਕ ਬੰਨੇ 5, ਉਹ ਫਿਰ ਕੰਧਾਂ ਦੇ ਜਿਹੜੇ ਕਾਰਨਰ ਉਹਨਾਂ ਨੂੰ ਗੁਣੀਏ 'ਚ ਵੇਖਦੇ ਆ, ਉਹਨੂੰ ਰੱਖ ਕੇ ਇਹ ਗੁਣੀਏ 'ਚ ਆ ਦੋਵੇਂ ਕੰਧਾਂ ਰਾਈਟ ਐਂਗਲ 'ਚ ਆ। ਸੋ ਇਸ ਕਰਕੇ 3 4 5 ਮੈਥਡ ਜਿਹੜਾ ਵਾ ਇਹ ਬਹੁਤ ਪ੍ਰੈਕਟੀਕਲੀ ਯੂਜ਼ ਕੀਤਾ ਜਾਂਦਾ ਵਾ। ਸੋ ਇਹਦੀ ਫਿਗਰ ਮੈਂ ਤੁਹਾਨੂੰ ਦਿਖਾਉਣਾ, ਆ ਦੇਖੋ, ਆ ਦੇਖੋ, ਮੇਰੇ ਖਿਆਲ ਆ ਸਟੂਡੈਂਟਸ ਨੇ ਜਿਨ੍ਹਾਂ ਨੇ ਕੀਤਾ ਹੋਊਗਾ ਉਹਨਾਂ ਨੂੰ ਇਹ ਯਾਦ ਆ ਗਿਆ ਹੋਊਗਾ। ਸੋ ਆਪਾਂ ਮਤਲਬ ਇਸ ਤਰ੍ਹਾਂ ਜਿਹੜੇ ਪਰਪੈਂਡੀਕੂਲਰ ਆਫਸੈਟ ਲੈਣੇ ਆ। ਸੋ ਆਫਸੈਟ ਕੀ ਨੇ? ਚੇਨ ਲਾਈਨ ਤੋਂ ਜਿਹੜੇ ਆਪਾਂ ਕੋਈ ਵੀ ਆਬਜੈਕਟ ਲੈਣੇ ਆ, ਕੋਈ ਵੀ, ਉਹਨੂੰ ਆਪਾਂ ਆਫਸੈਟ ਕਹਿੰਦੇ ਆ। ਤੇ ਆਫਸੈਟ ਜਿਹੜੇ ਆਫਸੈਟ ਮਤਲਬ 15 ਮੀਟਰ ਤੋਂ ਡਿਸਟੈਂਸ ਤੋਂ ਘੱਟ ਹੁੰਦੇ ਨੇ। ਮੋਸਟਲੀ ਆਫਸੈਟ ਆਪਾਂ 15 ਮੀਟਰ ਡਿਸਟੈਂਸ ਤੱਕ ਲੈਂਦੇ ਆ ਤੇ ਜੇ ਉਹ ਤੁਹਾਡੇ ਸ਼ਾਰਟ ਆਫਸੈਟ ਹੁੰਦੇ ਨੇ। ਜਿਹੜੇ 15 ਮੀਟਰ ਤੋਂ ਵੱਧ ਹੁੰਦੇ ਨੇ ਉਹ ਤੁਹਾਡੇ ਲੌਂਗ ਆਫਸੈਟ ਹੁੰਦੇ ਨੇ। ਤਾਂ ਲੌਂਗ ਆਫਸੈਟ ਲੈਣ ਵਾਸਤੇ ਸਾਨੂੰ ਫਿਰ ਟਾਈ ਲਾਈਨ ਵਿਛਾਉਣੀ ਪੈਂਦੀ ਆ, ਸਬਸਿਡਰੀ ਸਟੇਸ਼ਨ ਨਵਾਂ ਬਣਾਉਣਾ ਪੈਂਦਾ। ਮੋਸਟਲੀ ਆਪਾਂ ਜਿਹੜੀ ਚੇਨ ਲਾਈਨ ਤੋਂ ਜਿਹੜੇ ਆਫਸੈਟ ਲੈਂਦੇ ਆ ਉਹ 15 ਮੀਟਰ ਤੱਕ ਲੈਂਦੇ ਆ। ਸੋ ਸਾਡਾ ਲਾਸਟ ਜਿਹੜੀ ਸਲਾਈਡ ਆ ਰਹੀ ਆ ਫੀਲਡ ਬੁੱਕ। ਤੋਂ ਫੀਲਡ ਬੁੱਕ ਕੀ ਆ? ਜਦੋਂ ਵੀ ਆਪਾਂ ਇੱਕ ਬੁੱਕ, ਇੱਕ ਨੋਟਬੁੱਕ ਟਾਈਪ ਹੁੰਦੀ ਆ ਜਿਹਦੇ ਵਿੱਚ ਆਪਾਂ ਜੋ ਵੀ ਸਰਵੇ ਫੀਲਡ 'ਚ ਕਰਦੇ ਆ ਉਹਨੂੰ ਰਿਕਾਰਡ ਕਰਦੇ ਆ, ਉਹਨੂੰ ਲਿਖਦੇ ਆ। ਉਹਦੇ ਮਤਲਬ ਚੇਨ ਲਾਈਨ ਸ਼ੋ ਹੁੰਦੀ ਆ, ਚੇਨ ਲਾਈਨ ਦੇ ਖੱਬੇ ਕੀ ਆ, ਸੱਜੇ ਕੀ ਆ, ਉਹਨੂੰ ਫਿਰ ਆਪਾਂ ਮਤਲਬ ਫੀਲਡ ਵਿੱਚ ਫ੍ਰੀ ਸਕੈਚ ਬਣਾਉਂਦੇ ਆ। ਉਸ ਤੋਂ ਬਾਅਦ ਉਹਨੂੰ ਵੇਖ ਕੇ ਆਪਾਂ ਆਫਿਸ ਦੇ ਵਿੱਚ ਜਾ ਕੇ ਮਤਲਬ ਐਗਜ਼ੈਕਟ ਮੈਪ ਤਿਆਰ ਕਰਦੇ ਆ। ਤੇ ਇਹ ਤੁਸੀਂ ਵੇਖ ਸਕਦੇ ਆ ਫੀਲਡ ਬੁੱਕ ਦੀ ਫੋਟੋ, ਇੱਕ ਸਿੰਗਲ ਲਾਈਨ ਆ, ਇੱਕ ਡਬਲ ਲਾਈਨ ਆ। ਜਿਹੜੀ ਸਿੰਗਲ ਆ ਇੱਕ ਲਾਈਨ ਸ਼ੋ ਹੋ ਰਹੀ ਹੈ ਤੁਹਾਡੀ ਚੇਨ ਲਾਈਨ ਨੂੰ ਸ਼ੋ ਕਰਦੀ ਪਈ ਆ, ਤੇ ਜਿਹੜੀਆਂ ਆ ਡਬਲ ਲਾਈਨ ਆ ਉਹਦੇ ਵਿੱਚ ਵੀ ਉਹ ਚੇਨ ਲਾਈਨ ਨੂੰ ਸ਼ੋ ਕਰਦੀ ਪਈ ਆ। ਤੁਸੀਂ ਵੇਖਦੇ ਪਏ ਨਾ ਟ੍ਰਾਇੰਗਲ, ਇਟ ਮੀਨਸ ਇਹ ਤੁਹਾਡਾ ਮੇਨ ਸਟੇਸ਼ਨ ਆ ਟ੍ਰਾਇੰਗਲ। ਜਦੋਂ ਵੀ ਜਿਹਦੇ ਸਟੇਸ਼ਨ ਦੇ ਆਲੇ ਦੁਆਲੇ ਟ੍ਰਾਇੰਗਲ ਪਈ ਹੋਊਗੀ ਡੈਟ ਇਜ਼ ਹੁਣ ਜੋ ਵੀ ਆਫਸੈਟ ਲਏ ਨੇ ਉਹਨਾਂ ਨੂੰ ਉਹਦੇ ਤੇ ਚੇਨ ਤੇ ਮਾਰਕ ਕੀਤਾ ਹੈਗਾ। ਸੋ ਇਹਨਾਂ ਕਹਿੰਦਾ ਹੋਇਆ ਮਤਲਬ ਚੇਨ ਦਾ ਜਿਹੜਾ ਟੌਪਿਕਸ ਆ ਉਹ ਮੈਂ ਮਤਲਬ ਸਭ ਨੂੰ ਕਲੀਅਰ ਕੋਸ਼ਿਸ਼ ਕੀਤੀ ਕਰਾਉਣ ਦੀ। ਜੇ ਮਤਲਬ ਮੈਨੂੰ ਆਸ ਆ ਕਿ ਤੁਸੀਂ ਵੱਧ ਤੋਂ ਵੱਧ ਇਹਦਾ ਬੈਨੀਫਿਟ ਲਿਆ ਹੋਊਗਾ। ਸੋ ਫਿਰ ਵੀ ਜੇ ਕਿਸੇ ਕੋਈ ਕੁਆਰੀ ਹੋਵੇ, ਕੋਈ ਪੁੱਛਣਾ ਹੋਵੇ ਜਾਂ ਬਾਅਦ ਵਿੱਚ ਵੀ ਆਪਾਂ ਹਾਜ਼ਰ ਆ। ਮੇਰਾ ਫੋਨ ਨੰਬਰ ਤੁਹਾਨੂੰ ਸਲਾਈਡ ਤੇ ਆਉਂਦਾ ਹੋਊਗਾ, ਈਮੇਲ ਆਈਡੀ ਆ, ਕੋਈ ਵੀ ਗੱਲ ਆ ਤੁਸੀਂ ਕਰ ਸਕਦੇ ਆ। ਸੋ ਮੈਂ ਹੋਸਟ ਮਨਦੀਪ ਜੀ ਕੋਲ ਜਾਣਾ, ਜੇ ਕਿਸੇ ਦਾ ਕੋਈ ਕੁਐਸਚਨ ਹੋਵੇ ਤੇ ਉਹ ਕਰ ਸਕਦਾ ਜੀ। ਤੇ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਆ, ਤੁਸੀਂ ਆਪਣਾ ਜਿਹੜਾ ਸਮਾਂ ਜਿਹੜਾ ਵਾ ਉਹ ਇੱਕ ਚੰਗੇ ਪਾਸੇ ਲਾਉਣ ਲਈ ਸਹਿਯੋਗ ਦਿੱਤਾ।